भी हाजिर है जज दा विचार। सत श्री अकाल जी, तुसीं प्राइम मिनिस्टर टैलीविजन देख रहे हो। मैं हाँ स्वर्ण सिंह टहना ते हर रोज़ की तरह ही प्रोग्राम जज दा विचार लेके हाजिर हाँ। हर रोज़ की तरह ही हरमनथन जी नाल ने। सत श्री अकाल टहना साहब। सत श्री अकाल, की हाल चाल ने? अज सुस्त जा, ਅੱਜ ਸਾਰੇ ਹੀ ਸੁਸਤ ਨੇ। हाँ मौसम बदल रहा है ना, मौसम ਜਿਹੜਾ ਹੌਲੀ 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 ਕਰਵਟਾਂ ਲੈ ਰਿਹਾ। पता नहीं क्यों नींद जी आई जाती है जी ਜਦੋਂ ਦਾ ਆਇਆ। हाँ ਉੱਤੋਂ ਲੱਸੀ ਪੀ ਲਈ ਤੇ ਬਸ ਦੜੈਂ ਜੇ ਹੋ ਕੇ ਬੈਠੇ ਆ। ਅੱਖਾਂ ਨਹੀਂ ਖੁੱਲ ਰਹੀਆਂ, ਇਹ ਲੱਗ ਰਿਹਾ ਅੱਖਾਂ ਤੇ ਕੋਈ ਭਾਰ। ਅੱਖਾਂ ਨਾ ਐਂ ਜੇ ਕਰਕੇ ਐਂ ਜੇ ਚੀਨੀ ਜੇ ਹੁੰਦੇ ਨੇ ਇਟਾ ਪਾਨੋ, ਹਾਂ ਵੀ ਆਪਣੇ ਆਪ ਹੀ ਬੰਦ ਹੋਈ ਜਾਂਦੀਆਂ ਨੇ ਬਦੋ-ਬਦੀ। ਪਰ ਇਹ ਮੌਸਮ ਦੇ ਬਦਲਾਅ ਦਾ ਕਰਕੇ ਸਰੀਰ ਜਿਹੜਾ ਆ ਉਹ ਵੈਸੇ ਹੀ ਥੋੜਾ ਜਿਹਾ ਹੋ ਜਾਂਦਾ ਹੁੰਦਾ ਨੇ, ਢਾਲ ਜਿਹਾ। ਹਰ ਸਾਲ ਇਹ ਹੁੰਦਾ, ਆਪਾਂ ਭੁੱਲ ਜਾਂਦੇ ਆ। ਪਰ ਗੱਲ ਇਹ ਹੈ ਕਿ ਟਾਣਾ ਸਾਹਿਬ ਗਰਮੀ ਬਹੁਤ ਜ਼ਿਆਦਾ ਹੋ ਗਈ। मतलब अंतां दी गर्मी पैण लग गई। मतलब ये है भी बहुत ज्यादा होण लगी आ, हो गई नहीं हाले तो शुरुआत आ। हाँ। फिल्म दी मुख झलकां हाले तो ट्रेलर आ, पूरी फिल्म चलनी आ दी एंड तक, अंत तक पता नहीं की होना। सो जून दे महीने विच थोड़ा की बनूगा, मई च थोड़ा की बनूगा, ये सोचो। बिल्कुल सही है। पर धन्ने ओ लोग जेड़े इन्नी तपदी होई धुप दे विच भी काम करदे ने, इन्नी तपदी होई धुप दी परवाह नहीं करदे ते इस खड़े सूरज दे थल्ले ओ फिर भी काम करदे रहंदे ने। ओ लोग धन्नदे ने, धन जिगरे ने उन्हां दे। बिल्कुल सही। खैर हुण आपां चाय दे विचार दी सांझ पाईए। पहला तुसी। नहीं तुसी आउण दे। नहीं टाणा साहब तुसी। नहीं औरत नूं पहल। नहीं टाणा साहब, असीं मर्द नाल मोढे नाल मोढा जोड़ के तुरदियां हां। ठेकों पर लगी हैं रौनकें और स्कूलों को लगे हैं ताले। वाह। ठेकों में लगी हैं रौनकें और स्कूलों पे लगे हैं ताले। वारे तेरी सोच मेरा देश चलाने वाले। आहा क्या बात है टाणा साहब। उस देश दा की बनूगा ਜਿਹੜੇ ਦੇਸ਼ ਦੇ ਵਿੱਚ ਅਧਿਆਪਕਾਂ ਨੂੰ ਕਿਹਾ ਜਾਂਦਾ ਹੋਵੇ ਕਿ ਤੁਸੀਂ ਸਕੂਲ ਦੇ ਵਿੱਚ ਨਹੀਂ ਜਾਣਾ, ਪਰ ਨੇਤਾ ਰੈਲੀਆਂ ਦਰ ਰੈਲੀਆਂ ਕਰ ਰਹੇ ਹੋਣ, ਤਾਂ ਬਸ ਇਹੀ ਸਾਰਾ ਕੁਝ ਆ। ਕੀ ਬਾਤ ਹੈ ਟਾਣਾ ਸਾਹਿਬ। ਪਰ ਪੰਜਾਬੀ 'ਚ ਵੀ ਇਹ ਗੱਲ ਕਹੀ ਜਾ ਸਕਦੀ ਸੀ ਉਹਦਾ। ਬਸ ਮੇਰੀ ਮਰਜ਼ੀ ਆ। ਅੱਛਾ ਜੀ, ਜਦੋਂ ਮੈਂ ਆਪਣੀ ਮਰਜ਼ੀ ਕਰਦੀ ਆ ਉਦੋਂ ਵਿੱਚ ਹੀ ਟੋਕ ਦਿੰਦੇ ਹੋ। ਉਹ ਅੰਗਰੇਜ਼ੀ ਦੀ ਹੁੰਦੀ ਆ ਭਾਸ਼ਾ, ਆਪਾਂ ਪੰਜਾਬੀ ਨੂੰ ਪਹਿਲ ਦਿੰਦੇ ਆ ਨਾ। ਪੰਜਾਬੀ 'ਚ ਮੈਂ ਕਦੇ ਤਮਿਲ 'ਚ ਪ੍ਰੋਗਰਾਮ ਕੀਤਾ ਇਹ। ਉਹੀ ਕਹਿ ਰਹੀ ਆ ਤੇ ਇਸੇ ਲਈ ਮੈਂ ਅੱਜ ਕਹਿ ਦਿੱਤਾ ਤੁਹਾਨੂੰ ਕਿ ਇਹਨੂੰ ਪੰਜਾਬੀ 'ਚ ਬਹੁਤ ਖੂਬਸੂਰਤ ਤਰੀਕੇ ਨਾਲ ਕਿਹਾ ਜਾ ਸਕਦਾ ਸੀ। ਠੇਕਿਆਂ ਤੇ ਲੱਗੀਆਂ ਨੇ ਰੌਣਕਾਂ ਤੇ ਸਕੂਲਾਂ ਨੂੰ ਜਿੰਦੇ। ਹਾਂ ਜਿੰਦੇ ਨਹੀਂ, ਜਿੰਦੇ ਤੇਰੇ ਵਾਅਦੇ ਦੁੱਖ ਦਿੰਦੇ। वाह वे तेरी सोच मेरे देश चलाउण वाले। जिंदे ते वाले दा की बनया टाणा साहब? गल तां बनी ना, गल तां बनी, गल दा कोई मतलब तां निकलिया ना। आपां मतलब ही समझाउणा सी, आपां शायरी च थोड़ी फसना किते भी। हां वाह वाह, बस जिथे जिवें टुल लगा ला देना आपां। जिवें कहंदी ताले ए जिंदे दे नाल ए वाले किवें जोड़िया? ए तां ओ गल आ, कहंदे भी एक वारी ना एक जट सीगा, ओदे सिर दे उत्ते रखिया भारा मंजा जी, ਤੇ ਰਾਹ ਦੇ ਵਿੱਚ ਇੱਕ ਕੋਲੂ ਸੀਗਾ ਤੇ ਜਿਹੜਾ ਉੱਥੇ ਤੇਲੀ ਸੀਗਾ ਨਾ, ਤੇ ਉਹ ਕਹਿੰਦਾ ਜਾਟ ਰੇ ਜਾਟ ਤੇਰੇ ਸਿਰ ਤੇ ਖਾਟ। ਉਹਨੂੰ ਗੁੱਸਾ ਜਿਹਾ ਆਇਆ ਵੀ ਮੈਨੂੰ ਚੜਾਉਂਦਾ। ਕਹਿੰਦਾ ਓਏ ਤੇਲੀ, ਓ ਤੇਲੀ ਤੇਰੇ ਸਿਰ ਤੇ ਕੋਲੂ। ਕਹਿੰਦਾ ਇਹ ਤਾਂ ਗੱਲ ਹੀ ਨਹੀਂ ਬਣੀ। ਕਹਿੰਦਾ ਭਾਰ ਨਾਲ ਤਾਂ ਮਰੇਗਾ। ਗੱਲ ਉਹੀ ਹੈ ਜਿਵੇਂ ਕਹਿੰਦੇ ਤਾਲੇ। ਫਿਰ ਤੁਸੀਂ ਕਹਿਣਾ ਸੀ ਵੀ ਪੰਜਾਬੀ 'ਚ ਜਿੰਦੇ ਹੁੰਦਾ, ਤੇ ਮੈਂ ਤਾਂ ਫਿਰ ਉੱਥੇ ਹੀ ਫਸ ਗਈ ਸੀ ਨਾ, ਇਸ ਲਈ ਮੈਂ ਆਪਣੇ ਹਿਸਾਬ ਨਾਲ ਮੋੜ ਕਟਾ ਲਿਆ। ਤੁਸੀਂ ਹੁਣ ਅੱਗੇ ਕਹੋ ਜਿੰਦਬਾਈ ਜੇ ਚੱਲਿਆ ਬਰਨਾਲੇ। ਬਿਲਕੁਲ ਸਹੀ। ਤੇ ਆਪਾਂ ਹੁਣ ਮੇਰੇ ਵਾਲੇ ਚਾਈ ਦਾ ਵਿਚਾਰ ਦੀ ਸਾਂਝ ਪਾਈਏ। ਮੇਰੇ ਵਾਲਾ ਚਾਈ ਦਾ ਵਿਚਾਰ ਸੁਣ ਕੇ ਤੁਸੀਂ ਬਹੁਤ ਖੁਸ਼ ਹੋਵੋਗੇ ਤੇ ਤੁਸੀਂ ਵਾਹ ਵਾਹ ਕਹੋਗੇ ਟਾਣਾ ਸਾਹਿਬ। ਪਹਿਲਾਂ ਹੀ ਕਹਿ ਦਿੰਦਾ ਸਾਈ ਫੜਾ ਦਿਆ ਕਰੋ ਮੈਨੂੰ। ਮੈਂ ਥੋੜਾ ਜਿਹਾ ਤੁਹਾਨੂੰ ਪਹਿਲਾਂ ਦੱਸ ਦਿੰਦੀ ਹੁੰਦੀ ਵੀ ਤਾਂ ਕਹਿਣਾ ਆ। ਸੋ ਕਹਿ ਦਿਓ ਇੱਕ ਵਾਰ, ਪਹਿਲਾਂ ਹੀ ਕਹਿ ਦਿਓ। ਵਾਹ ਸਿਰਾ ਲਾਇਆ ਪਿਆ। ਅੱਛਾ ਹੁਣ ਸੁਣਾਵਾ ਚਾਈ ਦਾ ਵਿਚਾਰ। ਟਾਣਾ ਸਾਹਿਬ ਕਹਿੰਦੇ ਪੁੱਤ ਦੇ ਵਿਹਾਰ ਨੂੰ ਵੇਖ ਕੇ ਪਿਓ ਦੇ ਮਨ 'ਚ ਖਿਆਲ ਆਇਆ। ਪੁੱਤ ਦੇ ਵਿਹਾਰ ਨੂੰ ਵੇਖ ਕੇ ਪਿਓ ਦੇ ਮਨ 'ਚ ਖਿਆਲ ਆਇਆ ਕਿ ਅਕਸਰ ਮੀਂਹ ਰੁਕ ਜਾਣ ਤੋਂ ਬਾਅਦ ਛਤਰੀ ਬੋਝ ਲੱਗਿਆ ਕਰਦੀ ਹੈ। ਵਾਹ ਕੀ ਬਾਤ ਹੈ। ਇਹ ਤਾਂ ਸੱਚੀ ਮੁੱਚੀ ਤਾੜੀਆਂ ਦੇ ਹੱਕਦਾਰ ਹੋ ਤੁਸੀਂ। ਵਾਹ ਬਹੁਤ ਕਮਾਲ ਕੀਤੀ ਆ, ਜਿੱਥੋਂ ਵੀ ਤੁਸੀਂ ਚੱਕਿਆ ਇਹ ਆਪਣੇ ਉਹਨੇ ਕਮਾਲ ਕਰਤੀ। ਪਰਿਵਾਰਕ ਜੀ ਨੇ ਜਸਪਾਲ ਸਿੰਘ ਖਹਿਰਾ ਜੀ, ਉਹਨਾਂ ਨੇ ਮੈਨੂੰ ਲਿਖ ਕੇ ਭੇਜਿਆ ਸੀ, ਬਹੁਤ ਕਮਾਲ ਕੀਤੀ। ਸਾਂਝਾ ਕਰਦੇ ਆ ਅੱਜ। ਸੋ ਬਹੁਤ ਸੋਹਣੀਆਂ ਲਾਈਨਾਂ ਨੇ, ਅਕਸਰ ਬਹੁਤੇ ਘਰਾਂ ਦੀ ਇਹ ਕਹਾਣੀ ਹੈ, ਪਰ ਇਹ ਹੋਣੀ ਨਹੀਂ ਚਾਹੀਦੀ ਕਹਾਣੀ। ਤੇ ਅਸੀਂ ਭੁੱਲ ਜਾਂਦੇ ਆ ਵੀ ਸਾਡੇ ਉੱਤੇ ਵੀ ਉਹ ਵੇਲਾ ਆਇਆ ਲੋ ਜਿਹੜੇ ਵੇਲੇ ਦੇ ਵਿੱਚ ਅਸੀਂ ਆਪਣੇ ਮਾਪਿਆਂ ਨੂੰ, ਅਸੀਂ ਆਪਦੇ ਦਾਦਾ ਦਾਦੀ ਨੂੰ ਦੁਰਕਾਰਦੇ ਆ, ਬਜ਼ੁਰਗਾਂ ਨੂੰ ਦੁਰਕਾਰਦੇ ਆ। ਉਹ ਵੇਲਾ ਸਾਡੇ ਤੇ ਆਇਆ ਲੋ। ਪਤਾ ਹੀ ਨਹੀਂ ਲੱਗਦਾ ਵਰਾ ਕਦੋਂ ਨਿਕਲ ਗਿਆ, ਪਤਾ ਹੀ ਨਹੀਂ ਲੱਗਦਾ ਚਿਹਰੇ ਦੇ ਉੱਤੇ ਝੁਰੜੀਆਂ ਕਦੋਂ ਪੈ ਜਾਣੀਆਂ, ਪਤਾ ਨਹੀਂ ਲੱਗਦਾ ਵੀ ਗੋਡੇ ਗਿੱਟਿਆਂ ਦੇ ਕਰੋ ਜਵਾਬ ਦੇਣਾ। ਅਸੀਂ ਵੀ ਕਿਸੇ ਦੇ ਉੱਤੇ ਨਿਰਭਰ ਹੋਣਾ। ਅਸੀਂ ਕਿਹੜਾ ਗੋਰਿਆਂ ਵਰਗੇ ਆ ਵੀ ਭਾਈ ਅਸੀਂ ਅੱਡ ਰਹਿਣਾ, ਧੀਆਂ ਪੁੱਤਾਂ ਨੇ ਅੱਡ ਰਹਿਣਾ। ਸਾਡੇ ਤਾਂ ਮਸਲਾ ਹੀ ਇਹ ਆ ਵੀ ਭਾਈ ਸਾਡੀ ਸੇਵਾ ਨਹੀਂ ਕਰਦੇ, ਸਾਡਾ ਖਿਆਲ ਨਹੀਂ ਕਰਦੇ। ਇਹਦੇ 'ਚ ਇੱਕ ਗੱਲ ਹੋਰ ਲੁਕੀ ਹੋਈ ਹੈ, ਅਸੀਂ ਗੋਰਿਆਂ ਵਰਗੇ ਨਹੀਂ ਆ। ਕਿਤੇ ਨਾ ਕਿਤੇ ਇਸ ਚੀਜ਼ ਦਾ ਅਫਸੋਸ ਹੋਈ ਹੈ
ਕਿਉਂਕਿ ਗੱਲ ਇਹ ਹੈ ਕਿ ਗੋਰੇ ਚਾਹੇ ਅੱਡ ਰਹਿੰਦੇ ਨੇ, ਦੂਰ ਰਹਿੰਦੇ ਨੇ, ਉਹ ਤਾਂ ਵੀ ਪਿਆਰ ਬਣਾ ਕੇ ਰੱਖਦੇ ਨੇ। ਉਹਨਾਂ ਨੂੰ ਪਹਿਲਾਂ ਹੀ ਇਹ ਪਤਾ ਹੁੰਦਾ ਹੈ ਕਿ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਇਉਂ ਲੰਘਣੀ ਹੈ, ਤੇ ਉਹ ਕਿਸੇ ਤੋਂ ਆਸ ਨਹੀਂ ਰੱਖਦੇ। ਅਸੀਂ ਲੋਕ ਆਪਣੇ ਧੀਆਂ ਪੁੱਤਾਂ ਤੋਂ ਆਸ ਲਗਾ ਬੈਠਦੇ ਆ, ਤੇ ਜਦੋਂ ਫਿਰ ਉਹਨਾਂ ਆਸਾਂ ਦੇ ਉੱਪਰ ਖਰੇ ਨਹੀਂ ਉਤਰਦੇ ਤੇ ਫਿਰ ਬਿਮਾਰੀਆਂ ਸਾਨੂੰ ਘੇਰਦੀਆਂ ਨੇ, ਚਿੰਤਾਵਾਂ ਘੇਰਦੀਆਂ ਨੇ, ਫਿਰ ਅਸੀਂ ਆਪਣੇ ਆਪ ਨੂੰ ਬੋਝ ਸਮਝਣ ਲੱਗ ਜਾਂਦੇ ਆ। ਸੋ ਮੇਰੇ ਹਿਸਾਬ ਨਾਲ ਤਾਂ ਵੈਸੇ ਗੋਰਿਆਂ ਦੀ ਤਰ੍ਹਾਂ ਜਿਉਣਾ ਚਾਹੀਦਾ ਹੈ, ਕਿਸੇ ਤੋਂ ਆਸ ਨਾ ਰੱਖੋ। ਸਭ ਦੀ ਆਪੋ ਆਪਣੀ ਮਰਜ਼ੀ ਆ, ਕਿਸੇ ਨੂੰ ਕੁਝ ਠੀਕ ਲੱਗਦਾ, ਕਿਸੇ ਨੂੰ ਕੁਝ, ਤੇ ਵਕਫਾ ਲੈ ਲਓ। ਜੱਜ ਦਾ ਵਿਚਾਰ। ਰਾਣਾ ਸਾਹਿਬ, ਵੈਸੇ ਤੁਹਾਨੂੰ ਪੂਰੀ ਦੁਨੀਆ ਦੀ ਖਬਰ ਹੈ, ਕੀ ਤੁਹਾਨੂੰ ਪਤਾ ਹੈ ਪੰਜਾਬ ਦੀ ਇੱਕ ਬੀਬੀ ਦੇ ਨਾਲ ਪ੍ਰਿੰਸ ਹੈਰੀ ਚੈਟ ਕਰਦਾ ਹੈ? ਇੰਗਲੈਂਡ ਵਾਲਾ? ਹਾਂਜੀ। ਰਾਜਾ? ਹਾਂ, ਉਹ ਚੈਟ ਕਰਦਾ ਪੰਜਾਬ ਦੀ ਕਿਸੇ ਬੀਬੀ ਨਾਲ? ਹਾਂਜੀ। ਤੁਸੀਂ ਯਕੀਨ ਮੰਨੋ, ਕੱਲ ਹੀ ਮੇਰੇ ਨਾਲ ਸ਼ਕੀਰਾ ਚੈਟ ਕਰਦੀ ਸੀ। ਅਸੀਂ ਬਹੁਤ ਗੱਲਾਂ ਫੇਸਬੁੱਕ ਤੇ ਕੀਤੀਆਂ। ਮੈਂ ਤਾਂ ਕਹਿੰਦੀ ਸੀ ਨੰਬਰ ਦੇ ਦੇ, ਮੈਂ ਕਿਹਾ ਨਹੀਂ ਮੇਰੇ ਕੋਲ ਟਾਈਮ ਨਹੀਂ ਹੁੰਦਾਗਾ, ਖਬਰ ਦੀ ਖਬਰ ਵੀ ਕਰਨਾ ਹੁੰਦਾ। ਫਿਰ ਕਹਿੰਦੀ ਵੀ ਭਾਈ ਕਦੋਂ ਗੱਲ ਕਰੇਗਾ? ਮੈਂ ਕਿਹਾ ਸ਼ਨੀਵਾਰ ਨੂੰ ਥੋੜੀ ਜਿਹੀ ਵੇਲ ਹੁੰਦੀ ਆ, ਉਦੋਂ ਅਸੀਂ ਬਾਹਰ ਕਿਸੇ ਨਾ ਕਿਸੇ ਦੀ ਸ਼ੂਟਿੰਗ ਕਰਨ ਚਲੇ ਜਾਂਦੇ ਆ। ਮੈਂ ਕਿਹਾ ਜਦੋਂ ਤੂੰ ਫੋਨ ਕਰੇਗੀ ਫਿਰ ਮੇਰਾ ਰੇਡੀਓ ਦਾ ਫੋਨ ਆ ਜਾਣਾ। ਮੈਂ ਟਾਈਮ ਨਹੀਂ ਮੰਗਿਆ, ਮੈਂ ਉਹਨੂੰ ਰਾਜ ਨਹੀਂ ਦਿੱਤਾ। ਮੈਂ ਕਿਹਾ ਨੋ ਥੈਂਕਸ, ਥੈਂਕਸ ਅ ਲੋਟ। ਇਹਨੂੰ ਮੈਂ ਕੀ ਸਮਝਾਂ? ਜਿਵੇਂ ਤੁਹਾਡੇ ਵਾਲੀ ਗੱਲ ਆ ਉਵੇਂ ਸਮਝੋ। ਸ਼ੁਰੂਆਤ ਕਿਹਨੇ ਕੀਤੀ? ਨਾ ਪ੍ਰਿੰਸ ਹੈਰੀ ਨੇ ਇੱਥੇ ਹੀ ਫੋਨ ਕਰਨੇ ਆ। ਦੇਖੋ ਗੱਲ ਇਹ ਤੁਹਾਡੀ ਸਮਝ ਆ ਰਹੀ ਹੈ ਗੱਲ, ਮੇਰੀ ਸਮਝ ਆ ਰਹੀ ਹੈ, ਆਪਣੇ ਦੇਖਣ ਵਾਲਿਆਂ ਦੇ, ਸੁਣਨ ਵਾਲਿਆਂ ਦੇ ਸਮਝ ਆ ਰਹੀ ਹੈ ਗੱਲ, ਪਰ ਪਤਾ ਨਹੀਂ ਉਹ ਬੀਬੀ ਦੇ ਸਮਝ ਚ ਕਿਉਂ ਨਹੀਂ ਆਈ ਗੱਲ ਵੀ ਪ੍ਰਿੰਸ ਹੈਰੀ ਇੰਨਾ ਵਿਹਲਾ ਹੋਏਗਾ ਜਿਹੜਾ ਉਹਦੇ ਨਾਲ ਚੈਟਿੰਗ ਕਰੇਗਾ। ਲੋ ਜੀ, ਖਬਰ ਇਹ ਆਈ ਹੈਗੀ ਆ ਕਿ ਅਦਾਲਤ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਇੱਕ ਔਰਤ ਦੇ ਵੱਲੋਂ। ਉਹ ਕਹਿੰਦੀ ਵੀ ਫੇਸਬੁੱਕ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਪ੍ਰਿੰਸ ਹੈਰੀ ਮੇਰੇ ਨਾਲ ਚੈਟ ਕਰਦਾ, ਮੈਨੂੰ ਕਹਿੰਦਾ ਵੀ ਜਾਨੇ ਮਨ ਉਹ ਤਮੰਨਾ, ਉਹ ਮੇਰੀ ਦਿਲਰੁਬਾ ਤੇਰੇ ਨਾਲ ਮੈਂ ਵਿਆਹ ਕਰਵਾਉਂਗਾ, ਪਰ ਕਹਿੰਦੀ ਹੁਣ ਮੁੱਕਰ ਗਿਆ, ਹੁਣ ਮੰਨਦਾ ਹੀ ਨਹੀਂ, ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ। ਇਸ ਕਰਕੇ ਮਾਣਯੋਗ ਅਦਾਲਤ ਨੂੰ ਫੈਸਲਾ ਮੇਰੇ ਹੱਕ ਦੇ ਵਿੱਚ ਕਰਨਾ ਚਾਹੀਦਾ, ਤੇ ਇੰਗਲੈਂਡ ਦੀ ਅਦਾਲਤ ਨੂੰ ਇਹ ਗੱਲ ਕਹਿਣੀ ਚਾਹੀਦੀ ਹੈ ਵੀ ਉੱਥੇ ਇੰਗਲੈਂਡ ਦੇ ਵਿੱਚ ਪ੍ਰਿੰਸ ਹੈਰੀ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ। ਚਲੋ, ਜੱਜ ਸਾਹਿਬ ਨੇ ਵੀ ਬਹੁਤ ਚਿਰ ਸੋਚਿਆ, ਐ ਉਹਨਾਂ ਨੇ ਵਾਲ ਵੂਲ ਖੁਰ ਕੇ ਹੋਣੇ ਆ। ਉਹ ਕਹਿੰਦੇ ਵੀ ਭਾਈ ਮੈਨੂੰ ਸਮਝ ਨਹੀਂ ਆਉਂਦੀ ਵੀ ਪ੍ਰਿੰਸ ਹੈਰੀ ਨੂੰ ਹੋਰ ਕੁਝ ਲੱਭਿਆ ਨਹੀਂ, ਪ੍ਰਿੰਸ ਹੈਰੀ ਬਸ ਧੋਖਾ ਦੇਣ ਤੇ ਹੀ ਆ, ਉਹ ਫੇਸਬੁੱਕ ਤੇ ਹੀ ਆ, ਉਹਨੂੰ ਆਪਦਾ ਕੋਈ ਹੋਰ ਕੰਮ ਕਾਜ ਹੈ ਨਹੀਂਗਾ। ਫਿਰ ਉਹਨਾਂ ਨੇ ਬੜੀ ਨਿੱਘਰ ਟਿੱਪਣੀ ਕੀਤੀ ਆ। ਉਹ ਕਹਿੰਦੇ ਨੇ ਵੀ ਇਹੋ ਜਿਹੇ ਜਿਹੜੇ ਪ੍ਰਿੰਸ ਹੈਰੀ ਆ ਉਹ ਪਿੰਡ ਪਿੰਡ, ਸ਼ਹਿਰ ਸ਼ਹਿਰ, ਕਸਬੇ ਕਸਬੇ ਦੇ ਵਿੱਚ ਬੈਠੇ ਆ, ਉਹ ਪਤਾ ਨਹੀਂ ਕਿਹੜੇ ਸਾਈਬਰ ਕੈਫੇ ਦੇ ਵਿੱਚ ਬੈਠ ਕੇ ਤੇ ਆਪਦਾ ਭਵਿੱਖ ਬਣਾਉਣ ਦੀਆਂ ਯੋਗਤਾ ਬਣਾਉਂਦੇ ਆ। ਇਸ ਕਰਕੇ ਬੀਬਾ ਉੱਚੇ ਸੁਪਨੇ ਨਾ ਲੈ। ਪਰ ਮੈਨੂੰ ਸਮਝ ਨਹੀਂ ਆਈ ਵੀ ਬੀਬਾ ਜੀ ਨੇ ਕਿਉਂ ਮਤਲਬ ਇਹ ਸਾਰੀਆਂ ਗੱਲਾਂ ਨੂੰ ਸੱਚ ਸਮਝ ਲਿਆ। ਟਾਣਾ ਸਾਹਿਬ, ਅੱਜ ਆਪਾਂ ਹਰ ਵਾਰ ਇਹ ਗੱਲ ਕਰਦੇ ਆਲੇ ਦੁਆਲੇ ਵੀ ਸੁਣਦੇ ਆ ਕਿ ਕੋਈ ਐਂਜਲ ਪ੍ਰਿਆ ਬਣ ਕੇ ਦੇ ਵਿੱਚੋਂ ਨਿਕਲਦਾ ਮੁੰਡਾ ਹੈ, ਕੋਈ ਕੁਛ। ਸੋਸ਼ਲ ਮੀਡੀਆ ਤੇ ਤਾਂ ਵੈਸੇ ਨਹੀਂ ਲੋਕ ਵਿਸ਼ਵਾਸ ਕਰਦੇ, ਇਹਨਾਂ ਬੀਬਾ ਜੀ ਨੇ ਪਤਾ ਨਹੀਂ ਕਿਵੇਂ ਵਿਸ਼ਵਾਸ ਕਰ ਲਿਆ। ਦੇਖੋ ਗੱਲ ਇਹ ਆ ਵੀ ਲੋਕ ਨਾ ਕਈ ਵਾਰੀ ਭੁਚਲਾਵੇ ਚ ਆ ਜਾਂਦੇ ਆ, ਆਪਾਂ ਤਾਂ ਹੁਣ ਘੱਟ ਆਉਨੇ ਆ। ਇੱਕ ਵਾਰੀ ਮੈਨੂੰ ਪਿੱਛੇ ਜੇ ਆਇਆ ਕਿਸੇ ਸ਼ਬਨਮ ਦਾ ਸੁਨੇਹਾ, ਪਤਾ ਨਹੀਂ ਸ਼ਬਨਮ श्री बेटी के पता नहीं की ना सी, कहनी मैं महाराष्ट्र से हूँ। अच्छा जी। मैं लाइक करती हूँ। मैं गल लैक लोग वाली गल छड्ड, खबरां दा टाइम होया पिया। मतलब पता ही आ भी सानू किहने लाइक करना, पर लोग फिर भी उस गल दे विच आ जांदे आ, लोग टलदे नहीं। मैं तां हैरान हुन्ना भी लोग ना जदों फुੱਲ जा वेख के नाले तुहाडी डीपी दे उत्ते ओ प्रोफाइल फोटो जी जिहड़ी ओ बंदे दी हुंदी नहीं, औरत दी हुंदी नहीं, फिर भी लोग ਉਹਦੇ ਨਾਲ ਹੀ ਚੈਟਿੰਗਾਂ ਕਰੀ ਜਾਣਗੇ। नहीं पता नहीं लोग, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾਗਾ ਵੀ ਬਲਵੀਰ ਬੋਪਾ ਰਾਏ ਦਾ ਗਾਣਾ ਸੁਣਨਾ ਚਾਹੀਦਾ, ਚੈਟਿੰਗ ਕਰਨੀ ਹੈ ਜਾਂ ਚੀਟਿੰਗ ਕਰਨੀ ਹੈ। ਹਾਏ ਹਾਏ, आजकल तुम गाने बहुत सुन रहे हो। पुराना गाना चेते आ गया। पर गल है टाणा साहब कि आजकल तो तुसी विश्वास ही नहीं कर सकते, क्योंकि चाहे किसी दी आईडी जे सही भी है ना, तुहानू पता ही नहीं कि दूजे बन्ने बैठा कौन तुहाडे नाल गल करी जांदा है। आ अपने नां ते किन्नी आईडियां बन गईयां है ना, तुहाडे नां दे उपर इंस्टाग्राम ते किन्नी आईडियां बन गईयां है ना, फिर पता नहीं की कुछ हुंदा रहिंदा इस दुनिया च। ए बीबा जी ने तां ये कहा कि प्रिंस चार्ल्स दे नाल भी मैं गल कीती। हां, ओ कहदी भी मेरे नाल वादा कीता सीगा ओदे डैडी ने भी भाई तू साडी नूह राणी होएगी, आ जा मैं तेनू आशीर्वाद देना। बस हुण मुकर गया सारा टब्बर, इहो गल आ। ते जज साहब कहने भी यार इन्ने वेले असीं हुण सानू इस काम च पाओगे जी, उन्हां ने खारिज कर वो कहने बीबा जी किसी दे उत्ते ऐदा यकीन नहीं करीदा हुंदा, ऐ तां कोई भी प्रिंस चार्लस बन जांदा, इउं तां कोई भी ओबामा बन के गल कर लूगा, कोई भी इत्थे डोनाल्ड ट्रंप बनया फिरदा होऊगा। सो इस करके जिहड़ी असल गल हुंदी आ ओदी पटीशन पाया करो। ये तुहाडे निजी मसले जे आ, जे तेरे नाल किसी ने धोखा कीता गलत नां दे तहत सानू तेरे नाल हमदर्दी आ, पर असीं की करिए इस मामले च। बिल्कुल सही। जज दा विचार। टाणा साहब
ਹਾਲੇ ਹੁਣ ਤਾਂ ਆਪਾਂ ਕਹਿ ਸਕਦੇ ਆ ਵੈਸੇ ਵੀ ਕੁਝ ਕੁ ਮਹੀਨੇ ਹੀ ਰਹਿ ਗਏ ਵੋਟਾਂ ਨੂੰ, ਵਿਧਾਨ ਸਭਾ ਵਾਲੀਆਂ ਜਿਹੜੀਆਂ ਵੋਟਾਂ ਪੈਣੀਆਂ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ, ਤੇ ਹੁਣੇ ਤੋਂ ਸਿਆਸਤ ਗਰਮਾ ਗਈ। ਕੋਈ ਕੁਛ ਕਹੀ ਜਾਂਦਾ, ਕੋਈ ਕੁਛ ਕਹੀ ਜਾਂਦਾ, ਕੋਈ ਵਾਅਦਾ ਕਰੀ ਜਾਂਦਾ, ਹੁਣੇ ਤੋਂ ਕੋਈ ਵਾਅਦਾ ਕਰੀ ਜਾਂਦਾ ਹੈ। ਤੇ ਇਸ ਵੇਲੇ ਸੁਖਬੀਰ ਬਾਦਲ ਹੋਰਾਂ ਦਾ ਇੱਕ ਐਲਾਨ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਹੈ। ਉਹ ਕਹਿੰਦੇ ਕਿ ਕੈਪਟਨ ਸਾਹਿਬ ਨੇ ਤਾਂ ਅੱਧੇ ਅਧੂਰੇ ਜੇ ਵਾਅਦੇ ਕੀਤੇ ਆ, ਅੱਧੀਆਂ ਜੀਆਂ ਗੱਲਾਂ ਕਰਦੇ, ਕੋਈ ਪੂਰੀ ਗੱਲ ਨਹੀਂ ਕਰਦੇ। ਸਾਡੀ ਸਰਕਾਰ ਜੇਕਰ ਬਣ ਗਈ ਤਾਂ ਅਸੀਂ ਬੀਬੀਆਂ ਨੂੰ ਜਿਹੜੀਆਂ ਪ੍ਰਾਈਵੇਟ ਬੱਸਾਂ ਨੇ, ਨਿੱਜੀ ਬੱਸਾਂ ਨੇ, ਉਹਨਾਂ 'ਚ ਵੀ ਮੁਫਤ ਸਫ਼ਰ ਕਰਾਵਾਂਗੇ। ਸੁਖਬੀਰ ਸਿੰਘ ਬਾਦਲ ਹੋਰਾਂ ਦੀਆਂ ਬਹੁਤ ਸਾਰੀਆਂ ਬੱਸਾਂ ਪੰਜਾਬ 'ਚ ਚੱਲਦੀਆਂ, ਉਹਨਾਂ ਨੂੰ ਅੱਜ ਹੀ ਸ਼ੁਰੂਆਤ ਕਰ ਦੇਣੀ ਚਾਹੀਦੀ ਹੈ। ਉਹਨਾਂ ਨੂੰ ਚਾਹੀਦਾ ਕਿ ਅੱਜ ਤੋਂ ਹੀ ਔਰਤਾਂ ਦਾ ਬੱਸਾਂ ਦੇ ਵਿੱਚ ਮੁਫਤ ਸਫ਼ਰ ਸ਼ੁਰੂ ਕਰਵਾ ਦੇਣ, ਜਿਹੜੀਆਂ ਉਹਨਾਂ ਦੀ ਕੰਪਨੀ ਦੀਆਂ ਬੱਸਾਂ। ਉਹਦੇ ਲਈ ਆਪਾਂ 2022 ਦੀ ਉਡੀਕ ਕਿਹੜੀ ਗੱਲੋਂ ਕਰਨੀ ਆ? ਆਪਣੇ ਹੱਥ ਦੇ ਵਿੱਚ ਆ, ਆਪਾਂ ਕਿਹੜਾ ਉਹਦੇ ਤੇ ਕੋਈ ਫੰਡਿੰਗ ਕਰਨੀ ਆ ਜਾਂ ਆਪਣੇ ਤੇ ਬਹੁਤ ਬੋਝ ਪੈ ਜਾਣਾ। ਆਪਦੀਆਂ ਬੱਸਾਂ ਅੱਜ ਤੋਂ ਵੋਟਾਂ ਪੱਕੀਆਂ, ਨਾਲੇ ਪੰਜਾਬ ਦੇ ਲੋਕਾਂ ਦਾ ਇੱਕ ਹਿੱਸਾ ਤਾਂ ਨਾਲ ਦੀ ਨਾਲ ਮੰਨ ਜਾਂਦਾ ਵੀ ਪਹਿਲੇ ਆ ਵੀ ਚੀਜ਼ ਮੁਫਤ ਹੋ ਗਈ, ਚਲੋ ਮਹਾਰਾਜ ਨੇ ਸੁਣ ਲਈ, ਉਹ ਵੀ ਮੁਫਤ ਹੋ ਗਈ। ਮੈਂ ਬੜਾ ਹੈਰਾਨ ਹੁੰਨਾ ਵੀ ਮੁਫਤ ਦੀ ਚੀਜ਼ ਸਾਨੂੰ ਹਜ਼ਮ ਕਿਵੇਂ ਆਉਂਦੀ ਹੈ। ਪਤਾ ਨਹੀਂ ਕੀ ਗੱਲ ਆ ਵੀ ਜਦੋਂ ਹੁਣ ਬੱਸ ਦੇ ਵਿੱਚ ਸਫ਼ਰ ਕਰਦੇ ਲੋਕ 100 ਰੁਪਏ ਦੀ 150 ਰੁਪਏ ਦੀ ਟਿਕਟ ਲੈ ਲਈ, ਉਸ ਤੋਂ ਬਾਅਦ ਹੱਥ ਦੇ ਵਿੱਚ ਇੱਕ ਬੱਤਾ ਵੀ ਫੜਿਆ ਹੋਊਗਾ, ਐ ਕੁਰਕਰੇ ਕਰਕਰੇ ਜੇ ਵੀ ਫੜੇ ਹੋਣਗੇ, ਅਖਬਾਰ ਮੰਗ ਕੇ ਪੜ੍ਹਨਗੇ। ਉਹ ਮੂਹਰਲੇ ਲੋਕਾਂ ਨੇ ਬਾਈ ਤੇਰੇ ਕੋਲ ਵਰਕਣਾ ਹੈਗਾ ਇੱਕ ਵਾਧੂ, ਉਹ ਪੜ੍ਹ ਕੇ ਨਾ ਪਤਾ ਨਹੀਂ ਦੋ ਕਾਇਮ ਵੇਖ ਕੇ ਜਿਹਾ ਕਰਕੇ ਗੁੱਚੂ ਮੁੱਚੂ ਜਿਹਾ ਬਣਾ ਕੇ ਆਏ ਜੇ, ਆ ਲੈ ਬਾਈ ਅਗਲਾ ਕਹਿੰਦਾ ਸ਼ੀਸ਼ਾ ਪੂੰਝਦੇ ਇਹਦੇ ਨਾਲ ਹੁਣ। ਹਾਂ, ਪਰ ਗੱਲ ਇਹ ਆ ਨਾ ਟਾਣਾ ਸਾਹਿਬ, ਤੁਸੀਂ ਇਹ ਵੇਖੋ ਹੁਣ ਵੀ ਜਦੋਂ ਬੱਸਾਂ ਮੁਫਤ ਹੋਈਆਂ ਸਫ਼ਰ, ਇਹ ਜਿਹੜੀਆਂ ਸਰਕਾਰੀ ਬੱਸਾਂ ਨੇ ਉਹਨਾਂ ਦੇ ਵਿੱਚ ਬੀਬੀਆਂ ਦਾ, ਮੈਨੂੰ ਸਮਝ ਨਹੀਂ ਆਉਂਦੀ ਵੀ ਪਹਿਲਾਂ ਕਦੀ ਇੰਨੀ ਭੀੜ ਵੇਖੀ ਨਹੀਂ ਸੀ, ਹੁਣ ਬੀਬੀਆਂ ਹੀ ਬੀਬੀਆਂ। ਨਹੀਂ, ਉਹਦਾ ਕਾਰਨ ਇਹ ਆ ਵੀ ਅੱਗੇ ਸਾਰੀਆਂ ਬੱਸਾਂ ਦੇ ਵਿੱਚ ਔਰਤਾਂ ਚੜ੍ਹਦੀਆਂ ਸੀ, ਹੁਣ ਉਹ ਉਡੀਕਦੀਆਂ ਰਹਿੰਦੀਆਂ ਵੀ ਭਾਈ ਇਸ ਬੱਸ ਤੋਂ ਬਾਅਦ ਸਰਕਾਰੀ ਬੱਸ ਆਊਗੀ। 2 ਬੱਸਾਂ 3 ਬੱਸਾਂ 4 ਬੱਸਾਂ ਲਗਾ ਕੇ ਵੀ ਜੇਕਰ ਸਰਕਾਰੀ ਆਉਂਦੀ ਆ ਉਹਦੇ ਉੱਤੇ ਬੀਬੀਆਂ ਚੜ੍ਹ ਜਾਂਦੀਆਂ। ਜਿਹੜੀਆਂ ਬੀਬੀਆਂ ਨੇ ਵੇਲੇ ਸਿਰ ਜਾਣਾ ਹੁੰਦਾ, ਜਿਨ੍ਹਾਂ ਨੇ ਕਿਤੇ ਨਾ ਕਿਤੇ ਕੋਈ ਕੰਮ ਕਰਨਾ ਹੁੰਦਾ ਜ਼ਰੂਰੀ, ਉਹੀ ਹੁਣ ਪ੍ਰਾਈਵੇਟ ਬੱਸਾਂ ਦੇ ਵਿੱਚ ਚੜ੍ਹਦੀਆਂ, ਨਹੀਂ ਤਾਂ ਬਹੁਤ ਗਿਣਤੀ ਬੀਬੀਆਂ ਜਿਹੜੀਆਂ ਉਹ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਦੀਆਂ। ਪਰ ਮੈਨੂੰ ਸਮਝ ਨਹੀਂ ਆਉਂਦੀ ਟਾਣਾ ਸਾਹਿਬ ਕਿ ਪਿਛਲੇ 4 ਸਾਲਾਂ 'ਚ ਜੋ ਕੁਝ ਸਾਡੇ ਨਾਲ ਹੋਇਆ, ਜਾਂ ਉਸ ਤੋਂ ਪਹਿਲਾਂ ਵੀ 7 ਦਹਾਕਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਭਾਰਤ ਨੂੰ ਆਜ਼ਾਦ ਹੋਇਆ, ਉਸ ਦੌਰਾਨ ਜੋ ਸਾਡੇ ਨਾਲ ਹੋਇਆ ਸੀ, ਸਾਰਾ ਕੁਝ ਇੱਕ ਫ੍ਰੀ ਟਿਕਟ ਦੇ ਬਦਲੇ ਜਾਂ ਇਦਾਂ ਦੇ ਜਿਹੜੇ ਵਾਅਦੇ ਕੀਤੇ ਜਾਂਦੇ ਨੇ, ਦਾਅਵੇ ਕੀਤੇ ਜਾਂਦੇ ਨੇ, ਉਹਨਾਂ ਦੇ ਬਦਲੇ ਅਸੀਂ ਸਾਰਾ ਕੁਝ। ਨਹੀਂ, ਗੱਲ ਕੱਲੀ ਮੁਫਤ ਟਿਕਟ ਦੀ ਨਹੀਂ ਗੀ, ਮੁਫਤ ਸਫ਼ਰ ਦੀ ਨਹੀਂ ਗੱਲ, ਤਾਂ ਮੁਫਤ ਆਟੇ ਦੀ ਵੀ ਹੈ, ਗੱਲ ਮੁਫਤ ਦਾਲ ਦੀ ਵੀ ਹੈ, ਗੱਲ ਮੁਫਤ ਬਿਜਲੀ ਯੂਨਿਟ ਦੀ ਵੀ ਹੈ, ਗੱਲ ਇਹ ਮੋਟਰਾਂ ਦੀ ਬਿਜਲੀ ਦੀ ਵੀ ਹੈ, ਗੱਲ ਇੱਥੇ ਉਜਵਲਾ ਯੋਜਨਾ ਦੇ ਤਹਿਤ ਸਿਲੰਡਰਾਂ ਦੀ ਵੀ ਹੈ। ਕਿਹੜੀ ਚੀਜ਼ ਆ ਇੱਥੇ ਤਾਂ ਹੁਣ ਵੱਖ-ਵੱਖ ਸੂਬਿਆਂ ਦੇ ਵਿੱਚ ਕਹਿੰਦੇ ਤੁਹਾਨੂੰ ਬਿਰਿਆਨੀ ਭੇਜਾਂਗੇ, ਤੁਹਾਨੂੰ ਜੀ ਅਸੀਂ ਚਾਹ ਪੱਤੀ ਵੀ ਦੇਵਾਂਗੇ। ਆ ਪੰਜਾਬ ਦੀ ਸਰਕਾਰ ਨੇ ਵੀ ਤਾਂ ਕਿਹਾ ਹੀ ਸੀ ਦੇਸੀ ਘਿਓ ਦਿਆ ਕਰਾਂਗੇ, ਖੰਡ ਤੇ ਚਾਹ ਪੱਤੀ ਵੀ ਤੁਹਾਡੇ ਘਰ ਦੇ ਵਿੱਚ ਪਹੁੰਚੂਗੀ। ਹਾਲੇ ਕਹਿੰਦੇ ਮਿੱਲ ਬੰਦ ਆ ਜਿੱਥੇ ਖੰਡ ਬਣਨੀ ਆ, ਚਾਹ ਪੱਤੀ ਹਾਲੇ ਅਸਾਮ ਦੇ ਵਿੱਚੋਂ ਪਹੁੰਚੀ ਨਹੀਂ ਗਈ। ਉਹਨਾਂ ਗਾਵਾਂ ਨੇ ਹਾਲੇ ਦੁੱਧ ਦੇਣਾ ਸ਼ੁਰੂ ਨਹੀਂ ਕੀਤਾ ਜਿਹਦੇ ਦੁੱਧ ਦਾ ਘਿਓ ਬਣਨਾ ਹੈਗਾ। ਸੋ ਇਸ ਕਰਕੇ ਬਹੁਤ ਸਾਰੀਆਂ ਅੜਿੱਕੇਬਾਜ਼ੀਆਂ, ਪਰ ਸਾਡੇ ਨਾਲ ਉਹੀ ਕੁਝ ਹੋ ਰਿਹਾ ਜਿਹੋ ਜਿਹੇ ਅਸੀਂ ਆ। ਜੇਕਰ ਅਸੀਂ ਆਪ ਚੰਗੇ ਹੋਵਾਂਗੇ, ਅਸੀਂ ਚੰਗਿਆਂ ਨੂੰ ਚੁਣਾਂਗੇ। ਅਸੀਂ ਮੰਨਦੇ ਹੀ ਨਹੀਂ ਕਿ ਅਸੀਂ ਵੀ ਚੰਗੇ ਨਹੀਂ। ਜਿਸ ਦਿਨ ਅਸੀਂ ਇਹ ਮੰਨ ਗਏ ਕਿ ਅਸੀਂ ਵੀ ਚੰਗੇ ਨਹੀਂ, ਸਾਡੇ ਵਿੱਚ ਵੀ ਖਾਮੀਆਂ, ਤੇ ਅਸੀਂ ਇਹਨਾਂ ਖਾਮੀਆਂ ਦੇ ਵਿੱਚ ਸੁਧਾਰ ਕਰਨਾ, ਉਸ ਦਿਨ ਅਸੀਂ ਚੰਗਿਆਂ ਨੂੰ ਹੀ ਚੁਣਾਂਗੇ। ਸਾਡੀ ਪਾਰਖੂ ਨਜ਼ਰ ਬਹੁਤ ਉੱਚੀ ਤੇ ਸੁੱਚੀ ਹੋਊਗੀ ਉਸ ਵੇਲੇ। ਮਤਲਬ ਵੈਸੇ ਅਸੀਂ ਲੱਖਾਂ ਰੁਪਈਆ ਦਾ ਉਜਾੜਾ ਕਰੀ ਜਾਂਦੇ ਆ, ਜਿੱਥੇ ਸਾਨੂੰ ਪਤਾ ਵੀ ਨਹੀਂ ਲੱਗਦਾ ਅਸੀਂ ਉੱਥੇ ਵੀ ਪੈਸੇ ਜਿਹੜੇ ਆ ਉਦਾਂ ਹੀ ਜਾ ਰਹੇ ਆ। ਅਸੀਂ ਕਿੰਨੇ ਲੁਕਵੇਂ ਛਿਪਵੇਂ ਟੈਕਸ ਭਰ ਰਹੇ ਆ ਜਿਹਦੇ ਬਾਰੇ ਸਾਨੂੰ ਸ਼ਾਇਦ ਜਾਣਕਾਰੀ ਵੀ ਹੈ ਨਹੀਂ, ਤੇ ਉਹਦੇ ਵੱਲ ਸਾਡਾ ਕੋਈ ਖਿਆਲ ਨਹੀਂ, ਅਸੀਂ ਸਰਕਾਰ ਨੂੰ ਸਵਾਲ ਨਹੀਂ ਕਰਦੇ। ਪਰ ਮੁਫਤ ਦੀ ਟਿਕਟ ਜਿਹੜੀ ਆ ਉਹਦਾ ਫਾਇਦਾ ਅਸੀਂ ਜ਼ਰੂਰ ਚੱਕ ਰਹੇ ਹਾਂ। ਠੀਕ ਹੈ, ਚੁੱਕਣਾ ਚਾਹੀਦਾ, ਪਰ ਜਿੱਥੇ ਸਵਾਲ ਕਰਨਾ ਬਣਦਾ ਉੱਥੇ ਸਵਾਲ ਕਰਨੇ ਵੀ ਸਿੱਖੀਏ। ਹੁਣ ਤਾਂ ਕਹਿੰਦੇ ਵੀ ਚੁੰਨੀਆਂ ਲਗਾਉਣ ਲਈ ਵੀ ਬੀਬੀਆਂ ਚੰਡੀਗੜ੍ਹ ਜਾਂਦੀਆਂ। ਹਾਂਜੀ, ਮੈਂ ਤਾਂ ਕੱਲ ਚੁਟਕਲਾ ਪੜਿਆ, ਇਹ ਕਹਿੰਦੇ ਵੀ 2 ਬੀਬੀਆਂ ਜਾਣ, ਕਹਿੰਦੀਆਂ ਭੈਣੇ ਬਾਗੇ ਪੁਰਾਣੇ ਚੱਲਦੀਆਂ ਚੁੰਨੀ ਲਗਾਉਣ, ਕਹਿੰਦੀ ਛੱਡ ਪਰਾਂ ਬੱਸ ਸਿੱਧੀ ਆਪਾਂ ਫੜਦੀਆਂ ਚੰਡੀਗੜ੍ਹ ਰਗਾ ਲੈਂਦੀਆਂ। ਚੱਲਦਾ ਕੀ ਬਾਤ ਹੈ, ਬਿਲਕੁਲ। ਤੇ ਰਾਜਨੀਤੀ ਬੜੀ ਇਸ ਵਕਤ ਗਰਮ ਹੋਈ ਜਾਂਦੀ ਹੈ। ਕੱਲ ਭਗਵੰਤ ਮਾਨ ਨੇ ਇਹ ਗੱਲ ਕਹੀ ਆ, ਉਹ ਕਹਿੰਦਾ ਜੀ ਕਿ ਦੇਖੋ ਜੇਕਰ ਨਵਜੋਤ ਸਿੰਘ ਸਿੱਧੂ ਸਾਡੀ ਪਾਰਟੀ 'ਚ ਆ ਜਾਂਦਾ ਅਸੀਂ ਕਰਾਂਗੇ ਸਵਾਗਤ, ਜੇ ਉਹਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਦਿੰਦੀ ਸਾਡੀ ਪਾਰਟੀ ਮੈਨੂੰ ਕੋਈ ਇਤਰਾਜ਼ ਨਹੀਂ। ਪਤਾ ਨਹੀਂ ਕਿਵੇਂ ਕਿਹਾ, ਕਹਿਤਾ ਕਹਿਣਾ ਹੀ ਸੀ। ਹਾਂ, ਜੱਜ ਦਾ ਵਿਚਾਰ। ਹਰਮਨ ਜੀ, ਖੂਨ ਦੇ ਰਿਸ਼ਤੇ ਜਿਹੜੇ ਉਹ ਕਿਵੇਂ ਤਾਰ-ਤਾਰ ਹੁੰਦੇ ਆ, ਖਬਰਾਂ ਬਹੁਤ ਸਾਰੀਆਂ ਆਉਂਦੀਆਂ, ਪਰ ਨਾ ਜਿਹੜੇ ਫਿਲਮੀ ਅੰਦਾਜ਼ ਦੇ ਵਿੱਚ ਸੀਰੀਅਲ ਦੇਖ ਕੇ, ਨਾਟਕਾਂ ਨੂੰ ਦੇਖ ਕੇ ਨੌਜਵਾਨ ਵਰਗ ਦੇ ਜ਼ਿਹਨ ਦੇ ਉੱਤੇ ਕੀ ਪ੍ਰਭਾਵ ਪੈ ਰਿਹਾ, ਇਹਦੀ ਇੱਕ ਬਹੁਤ ਵੱਡੀ ਉਦਾਹਰਨ ਸਾਹਮਣੇ ਆਈ ਆ। ਸਾਡੇ ਗਾਉਣ ਵਾਲਿਆਂ ਦਾ ਵੱਡਾ ਹਿੱਸਾ ਇਹ ਗੱਲ ਕਹਿਣਾ ਵੀ ਕੋਈ ਅਸਰ ਨਹੀਂ ਪੈਂਦਾ ਗਾ ਗਾਣਿਆਂ ਦਾ, ਕੋਈ ਅਸਰ ਨਹੀਂ ਪੈਂਦਾ ਫਿਲਮਾਂ ਦਾ, ਪਰ ਅਸਲੀਅਤ ਦੇ ਵਿੱਚ ਪੈਂਦਾ। ਉਹਦੀ ਕੀ ਉਦਾਹਰਨ ਆ? ਕ੍ਰਾਈਮ ਪੈਟਰੋਲ ਆਉਂਦਾ,
CID ਆਉਂਦਾ ਟੀਵੀ ਦੇ ਉੱਤੇ, ਉਹਨੂੰ ਦੇਖ ਕੇ ਇੱਕ ਨੌਜਵਾਨ ਆ ਹੁਸ਼ਿਆਰਪੁਰ ਦੇ ਵਿੱਚ ਬੱਸੀ ਕਾਲੇ ਖਾਂ ਪਿੰਡ ਦਾ, ਉਹਨੇ ਆਪਦੀ 80 ਸਾਲ ਤੋਂ ਵੱਧ ਉਮਰ ਦੀ ਦਾਦੀ ਦਾ ਕਤਲ ਕੀਤਾ। ਕਿਉਂ? ਉਹ ਜਿਹੜੀ ਬਜ਼ੁਰਗ ਔਰਤ ਹੈ ਜੋਗਿੰਦਰ ਕੌਰ ਜੀ, ਉਹ ਆਪਦੇ ਕਿਤੇ ਪੋਤੇ ਨੂੰ ਝਿੜਕਦੀ ਸੀ ਕਿਸੇ ਗੱਲੋਂ ਵੀ ਤੂੰ ਆਹ ਕੰਮ ਨਹੀਂ ਕਰਦਾ, ਤੂੰ ਉਹ ਕਰਦਾ, ਤੂੰ ਐਂ ਕਰਦਾ ਐਂ ਕਰਦਾ। ਉਹਨਾਂ ਨੇ ਯੋਜਨਾ ਬਣਾ ਲਈ ਇਹ ਟੀਵੀ ਸੀਰੀਅਲ ਦੇਖ ਕੇ ਵੀ ਆਪਾਂ ਇਸੇ ਤਰਜ਼ ਦੇ ਉੱਤੇ ਦਾਦੀ ਦਾ ਕੰਮ ਖਤਮ ਕਰ ਦੇਣਾ, ਦਾਦੀ ਨੂੰ ਮਾਰ ਦੇਣਾ। ਉਹ ਮੁੰਡੇ ਦੇ ਮਾਪੇ ਜਿਹੜੇ ਉਹ ਕਿਤੇ ਗਏ ਸੀਗੇ ਬਾਜ਼ਾਰ ਦੇ ਵਿੱਚ ਖਰੀਦਦਾਰੀ ਕਰਨ ਦੇ ਲਈ, ਇਹਨੇ ਆਪਦੀ ਦਾਦੀ ਦੇ ਸਿਰ ਦੇ ਵਿੱਚ ਰਾੜ ਮਾਰੀ, ਉਹਦਾ ਕਤਲ ਕਰਤਾ। ਬਾਅਦ ਦੇ ਵਿੱਚ ਉਹਨੂੰ ਅੱਗ ਲਾਤੀ ਬੈੱਡ ਨੂੰ, ਤੇ ਆਪਦੇ ਮਾਪਿਆਂ ਨੂੰ ਫੋਨ ਕੀਤਾ ਵੀ ਭਾਈ ਆਪਣੇ ਘਰ ਦੇ ਵਿੱਚ ਕੁਝ ਬੰਦੇ ਆਏ ਸੀਗੇ ਲੁੱਟ ਖੋਹ ਕਰਨ ਦੇ ਲਈ। ਅੱਛਾ ਜੀ। ਤੇ ਮੈਂ ਬਹੁਤ ਪਰੇਸ਼ਾਨ ਆ, ਛੇਤੀ ਘਰੇ ਆ ਜਾਓ। ਆਪਦੇ ਹੱਥ ਪੈਰ ਆਪ ਹੀ ਬੰਨ ਲਏ ਇਹਨੇ। ਅੱਛਾ ਜੀ। ਸਮਾਨ ਸਮੂਨ ਖਿਲਾਰ ਲਿਆ ਵੀ ਜਦੋਂ ਮਾਪੇ ਆਉਣ ਤੇ ਉਹਨਾਂ ਨੂੰ ਇਹ ਲੱਗੇ ਵੀ ਸਾਡਾ ਮੁੰਡਾ ਤਾਂ ਆਪ ਬੰਨ ਕੇ ਚਲੇ ਗਏ ਆ ਤੇ ਮੇਰੀ ਮਾਂ ਨੂੰ ਮਾਰ ਗਏ ਆ। ਤੇ ਉਸ ਤੋਂ ਬਾਅਦ ਪੁਲਿਸ ਆਈ ਤੇ ਜਦੋਂ ਪੁਲਿਸ ਨੇ ਸਖਤੀ ਨਾਲ ਪੁੱਛਿਆ ਨਾ, ਫਿਰ ਮੰਨ ਪਿਆ। ਕਹਿੰਦਾ ਜੀ ਦੇਖੋ ਮੇਰੀ ਦਾਦੀ ਮੈਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਦੀ ਸੀ, ਮੈਂ ਬਸ ਉਹ ਟੀਵੀ ਸੀਰੀਅਲ ਦੇਖ ਕੇ ਯੋਜਨਾ ਬਣਾਈ ਵੀ ਦਾਦੀ ਮੈਂ ਛੱਡਣੀ ਨਹੀਂ ਗੀ। ਹਾਂ, ਮਤਲਬ ਮੈਨੂੰ ਹੈਰਾਨੀ ਹੋ ਰਹੀ ਹੈ ਕਿ ਤੁਹਾਡਾ ਜ਼ਿਹਨ, ਤੁਹਾਡੇ ਅੰਦਰੋਂ ਜ਼ਮੀਰ ਤੁਹਾਨੂੰ ਕਿਵੇਂ ਇਜਾਜ਼ਤ ਦੇ ਦਿੰਦੀ ਹੈ ਕਿ ਤੁਸੀਂ ਆਹ ਕੁਝ ਕਰ ਸਕੋ। ਲੋਕ ਕਰਦੇ ਆ, ਤੁਹਾਡੇ ਸਾਹਮਣੇ ਆ। ਪਰ ਅਜੀਬ ਨੇ ਉਹ ਲੋਕ ਟਾਣਾ ਸਾਹਿਬ, ਸੱਚੀ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀਆਂ ਗੱਲਾਂ ਅੱਜ ਇੰਨੀਆਂ ਸਾਰੀਆਂ ਸਾਹਮਣੇ ਆ ਰਹੀਆਂ ਨੇ ਜਿਹੜੀਆਂ ਤੁਸੀਂ ਸੁਣ ਕੇ ਨਾ ਸੁੰਨ ਹੋ ਜਾਂਦੇ ਹੋ। ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਤੁਸੀਂ ਇਸ ਗੱਲ ਦੇ ਉੱਪਰ ਕੀ ਕਹੋ। ਇਹ ਟੀਵੀ ਦੇ ਉੱਪਰ ਜੋ ਕੁਝ ਬੱਚੇ ਵੇਖਦੇ ਨੇ, ਇੰਟਰਨੈਟ ਦੇ ਉੱਪਰ ਜੋ ਕੁਝ ਬੱਚੇ ਵੇਖਦੇ ਨੇ, ਇੰਨਾ ਕੁ ਜ਼ਿਆਦਾ ਡੂੰਘਾ ਅਸਰ ਉਹਨਾਂ ਦੀ ਮਾਨਸਿਕਤਾ ਦੇ ਉੱਪਰ ਇਹਨਾਂ ਚੀਜ਼ਾਂ ਦਾ ਹੁੰਦਾ ਵੀ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ। ਤੁਸੀਂ ਇੱਥੋਂ ਵੇਖੋ ਕਿ ਇੱਕ ਨਿੱਕਾ ਜਿਹਾ ਬੱਚਾ ਹੈ, ਉਹ ਬੱਚਾ ਜਿਹੜਾ ਆ ਉਹ ਵੀ ਗਾਣੇ ਸੁਣ ਕੇ ਤੇ ਉਵੇਂ ਦੀਆਂ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਿੰਦਾ, ਕਾਰਟੂਨ ਵੇਖ ਕੇ ਉਵੇਂ ਦੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ। ਫਿਰ ਅਸੀਂ ਇਹਨਾਂ ਗੱਲਾਂ ਤੋਂ ਕਿਵੇਂ ਮੁਨਕਰ ਹੋ ਸਕਦੇ ਆ ਵੀ ਬੱਚਿਆਂ ਦੇ ਉੱਪਰ ਅਸਰ ਨਹੀਂ ਹੁੰਦਾ? ਭਾਈ ਸਾਰਾ ਅਸਰ ਪੈਂਦਾ, ਮੰਨਣਾ ਨਾ ਮੰਨਣਾ ਸਾਡੀ ਆਪਣੀ ਮਰਜ਼ੀ ਆ। ਜਿਹੜੇ ਆਪੇ ਬਣੇ ਬੁੱਧੀਜੀਵੀ ਆ ਉਹਨਾਂ ਦਾ ਵੱਡਾ ਹਿੱਸਾ ਜਿਹੜਾ ਉਹ ਕਹਿ ਦਿੰਦਾ ਜੀ ਕਿ ਨਹੀਂ ਨਹੀਂ ਇਹਦਾ ਤਰਕ ਆ, ਇਹਦਾ ਤਰਕ ਆ, ਇਹਦਾ ਤਰਕ ਆ, ਪਰ ਅਸਰ ਤਾਂ ਪੈਂਦਾ, ਉਹ ਭਾਵੇਂ ਘੱਟ ਪਵੇ ਭਾਵੇਂ ਵੱਧ ਪਵੇ। ਮੈਨੂੰ ਬੜੀ ਹੈਰਾਨੀ ਹੁੰਦੀ ਆ ਉਹਨਾਂ ਬੁੱਧੀਜੀਵੀਆਂ ਦੇ ਉੱਪਰ ਜਿਹੜੇ ਕਹਿੰਦੇ ਆ ਲੈ ਗਾਣੇ ਤਾਂ ਸੁਣਨ ਨੂੰ ਹੁੰਦੇ ਹਨ, ਟੀਵੀ ਤਾਂ ਵੇਖਣ ਨੂੰ ਹੁੰਦਾ ਹੈ, ਨਾ ਵੇਖੋ ਜੇ ਨਹੀਂ ਵੇਖਣਾ। ਬੱਚੇ ਜ਼ਰੂਰੀ ਨਹੀਂ ਕਿ ਤੁਹਾਡੇ ਸਾਹਮਣੇ ਹੀ ਵੇਖਣਗੇ, ਇਹ ਜ਼ਰੂਰੀ ਨਹੀਂ ਵੀ ਕੋਈ ਵੀ ਜਦੋਂ ਅਸੀਂ ਕਿਸੇ ਨੂੰ ਵੀ, ਚਾਹੇ ਕੋਈ ਜਵਾਨ ਵੀ ਹੈ, ਅਸੀਂ ਉਹਨੂੰ ਕਿਸੇ ਗੱਲ ਤੋਂ ਰੋਕਦੇ ਹਾਂ, ਤੁਹਾਡੇ ਤੋਂ ਗਾਹੇ ਬਗਾਹੇ ਅੱਗੇ ਪਿੱਛੇ ਹੋ ਕੇ ਦੇਖ ਲਊਗਾ। ਤੁਸੀਂ ਸਾਰਾ ਟਾਈਮ 24 ਘੰਟੇ ਕਿਸੇ ਦੇ ਸਿਰ ਤੇ ਖੜੇ ਨਹੀਂ ਹੋ ਸਕਦੇ। ਸੋ ਇਹ ਗੱਲਾਂ ਦਾ ਅਸਰ ਬੱਚਿਆਂ ਦੀ ਮਾਨਸਿਕਤਾ ਦੇ ਉੱਪਰ ਹੋ ਰਿਹਾ ਹੈ। ਅਸੀਂ ਚਾਹੇ ਜਿੰਨਾ ਮਰਜ਼ੀ ਮੂੰਹ ਮੋੜ ਲਈਏ ਪਰ ਇਹ ਚੀਜ਼ਾਂ ਮਾੜੀਆਂ ਨੇ ਤੇ ਸਾਨੂੰ ਮੰਨਣਾ ਪਏਗਾ। ਹਰਮਨ ਜੀ ਗੱਲ ਇਹ ਹੈ ਵੀ ਪਹਿਲਾਂ ਹੁੰਦੇ ਸੀਗੇ ਸਾਂਝੇ ਪਰਿਵਾਰ ਜੀ। ਸਾਂਝੇ ਪਰਿਵਾਰ ਦੇ ਵਿੱਚ ਜੇਕਰ ਕੋਈ ਨਿਆਣਾ ਵਿਗੜਦਾ, ਕੋਈ ਧੀ ਪੁੱਤ ਗਲਤੀ ਕਰਦਾ, ਜੇ ਕਿਸੇ ਗਲਤ ਰਾਹ ਦੇ ਉੱਤੇ ਤੁਰਦਾ ਤਾਂ ਕਦੇ ਚਾਚੇ ਦੀ ਨਿਗਾਹ ਪੈ ਗਿਆ, ਚਾਚੇ ਦੀ ਨਿਗਾਹ ਨਾ ਪਿਆ ਪਿਓ ਦੀ ਨਿਗਾਹ ਪੈ ਗਿਆ, ਪਿਓ ਦੀ ਨਿਗਾਹ ਨਾ ਪਿਆ ਦਾਦੇ ਦੀ ਨਿਗਾਹ ਪੈ ਗਿਆ, ਉਹਦੀ ਨਿਗਾਹ ਨਾ ਪਿਆ ਦਾਦੀ ਦੀ ਨਿਗਾਹ ਪੈ ਗਿਆ, ਕਦੇ ਚਾਚੀ ਦੀ ਨਿਗਾਹ ਪੈ ਗਿਆ, ਕਦੇ ਕਿਸੇ ਦੇ ਉਹ ਨਿਗਾਹ ਦੇ ਵਿੱਚ ਚੜ ਜਾਂਦਾ ਸੀਗਾ। ਪਤਾ ਲੱਗ ਜਾਂਦਾ ਸੀ ਵੀ ਇਹ ਗਲਤੀ ਕੋਈ ਕਰ ਰਿਹਾ ਤੇ ਭਾਈ ਇਹਨੂੰ ਆਪਾਂ ਸਮਝਾਉਣਾ। ਹੁਣ ਇਕਹਿਰੇ ਪਰਿਵਾਰ ਆ, ਮੀਆਂ ਬੀਵੀ ਨੌਕਰੀ ਕਰਦੇ ਆ, ਨਿਆਣੇ ਘਰ ਦੇ ਵਿੱਚ ਹੁੰਦੇ ਆ, ਉਹ ਆਪਦੀ ਮਰਜ਼ੀ ਕਰਦੇ ਆ, ਉਮਰ ਦਾ ਪੜਾਅ ਇਹੋ ਜਿਹਾ ਹੁੰਦਾ ਤੇ ਬਾਅਦ ਦੇ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ। ਇਹੋ ਜਿਹੀਆਂ ਖਬਰਾਂ ਬਹੁਤ ਸਾਰੀਆਂ ਆਉਂਦੀਆਂ ਜਿਨ੍ਹਾਂ ਨੂੰ ਢੱਕ ਕੇ ਰੱਖਿਆ ਜਾਂਦਾ। ਹਾਲਾਂਕਿ ਜੀ ਕਰਦਾ ਹੁੰਦਾ ਵੀ ਆ ਵੀ ਖਬਰ ਸਾਂਝੀ ਕਰ ਲਈਏ, ਪਰ ਇਸ ਕਰਕੇ ਉਹਨਾਂ ਖਬਰਾਂ ਦੇ ਉੱਤੇ ਥੋੜੀ ਜਿਹੀ ਚੁੱਪ ਵੱਟਣੀ ਪੈਂਦੀ ਹੈ ਵੀ ਜਿਹੜੇ ਸਾਡੇ ਦੇਸ਼ ਦੁਨੀਆ ਦੇ ਵਿੱਚ ਵਸਦੇ ਪੰਜਾਬੀ ਪਿਆਰੇ ਆ ਉਹ ਕੀ ਸੋਚਣਗੇ ਵੀ ਪੰਜਾਬ ਦੇ ਵਿੱਚ ਆ ਵੀ ਗੱਲ ਹੋ ਗਈ, ਰਿਸ਼ਤੇ ਇਉਂ ਵੀ ਖਤਮ ਹੋ ਗਏ, ਭਰਾ ਭੈਣ ਦੇ ਨਾਲ ਇਉਂ ਕਰੀ ਜਾਂਦਾ, ਇੱਥੇ ਚਾਚੇ ਤਾਏ ਦੇ ਜਿਹੜੀ ਧੀਆ ਪੁੱਤਾਂ ਦੇ ਵੱਲੋਂ ਆਹ ਕੁਛ ਕੀਤਾ ਜਾ ਰਿਹਾ, ਆਹ ਮਾੜਾ ਕੰਮ ਇੱਥੇ ਹੋ ਗਿਆ, ਆਹ ਮਾੜਾ ਕੰਮ ਇੱਥੇ ਹੋ ਗਿਆ। ਸਾਰੇ ਲੋਕ ਇੱਕੋ ਜਿਹੇ ਨਹੀਂ, ਕਿਸੇ ਵੀ ਸਮਾਜ ਦੇ ਵਿੱਚ ਚੰਗੇ ਲੋਕਾਂ ਦੇ ਕਰਕੇ ਜਿਹੜੀ ਇਛਾਈ ਆ ਉਹ ਜਿਉਂਦੀ ਰਹਿੰਦੀ ਆ, ਪਰ ਜੋ ਕੁਝ ਹੋ ਰਿਹਾ ਨਾ ਉਹ ਦੁਖੀ ਕਰਨ ਵਾਲਾ। ਬਿਲਕੁਲ ਸਹੀ। ਜੱਜ ਦਾ ਵਿਚਾਰ। ਲਓ ਜੀ, ਵਕਫੇ ਤੋਂ ਬਾਅਦ ਇੱਕ ਵਾਰ ਫਿਰ ਅਸੀਂ ਹਾਜ਼ਰ ਹਾਂ। ਮੈਂ ਹਾਂ ਸਵਰਨ ਸਿੰਘ ਤੇ ਨਾਲ ਨੇ ਹਰਮਨਥਨ ਜੀ। ਜੀ, ਤੇ ਹੁਣ ਅਗਲੀਆਂ ਖਬਰਾਂ ਵੱਲ ਵਧੀਏ। ਆਉਣ ਦਿਓ ਜੀ, ਆਉਣ ਦਿਓ। ਹੁਣ ਤੁਸੀਂ ਮਾੜਾ ਜਿਹਾ ਮੇਲਾ ਪ੍ਰਬੰਧਕ ਬਣੋ, ਖਬਰਾਂ ਦਾ ਬਹੁਤਾ ਹਿੱਸਾ ਤੁਸੀਂ ਸਾਂਝਾ ਕਰੋ। ਹੁਣ ਨੀਂਦ ਜਿਹੜੀ ਆ ਉਹ ਜ਼ੋਰ ਪਾ ਰਹੀ, ਮੈਂ ਬਸ 2 ਮਿੰਟ ਅੱਖ ਲਾ ਲਾਂ। ਅਸੀਂ ਤੁਹਾਨੂੰ ਬਿਲਕੁਲ ਇਜਾਜ਼ਤ ਨਹੀਂ ਦਿਆਂਗੇ ਕਿ ਤੁਸੀਂ 2 ਮਿੰਟ ਅੱਖ ਲਾ ਸਕੋ, ਕਿਉਂਕਿ ਅਸੀਂ ਸਾਰਿਆਂ ਨਾਲ ਗੱਲਾਂ ਬਾਤਾਂ ਕਰਨ ਲਈ ਆਏ ਆ ਟਾਣਾ ਸਾਹਿਬ। ਤੇ ਹੁਣ ਗੱਲਾਂ ਬਾਤਾਂ ਦਾ ਜਿਹੜਾ ਪ੍ਰਵਾਹ ਹੈ ਉਹ ਅੱਗੇ ਪਰਿਵਾਰਕ ਜੀ ਸੌਂਦੇ ਵੀ ਹੁੰਦੇ ਆ, ਫਿਰ ਆਪਾਂ ਸੌਂ ਹੀ ਜਾਂਦੇ ਆ। ਤੁਸੀਂ ਐ ਕਰੋ, ਫਿਰ ਲਾ ਲਓ ਝਪਕੀ, ਕੋਈ ਨਹੀਂ ਜਾਤੀ, ਮੈਂ ਇੱਧਰ ਵੇਖ ਲੈਂਦੀ ਆ, ਫਿਰ ਕੋਈ ਆਵੇ ਨਾ ਇੱਧਰੋਂ।
ਜੀ ਤੇ ਆਪਾਂ ਹੁਣ ਗੱਲ ਕਰੀਏ ਕੁੰਵਰ ਵਿਜੇ ਪ੍ਰਤਾਪ ਸਿੰਘ। ਇਸ ਨਾਮ ਤੋਂ ਪੰਜਾਬੀ ਚੰਗੀ ਤਰ੍ਹਾਂ ਜਾਣੂ ਨੇ, ਇਸ ਨਾਮ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਔਰ ਇਸ ਵੇਲੇ ਇਹ ਨਾਮ ਬਹੁਤ ਜ਼ਿਆਦਾ ਸੁਰਖੀਆਂ ਦੇ ਵਿੱਚ ਬਣਿਆ ਹੋਇਆ। ਮੈਨੂੰ ਯਾਦ ਹੈ ਟਾਣਾ ਸਾਹਿਬ ਕਿ ਜਦੋਂ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੀ ਬਦਲੀ ਹੋਈ ਸੀ ਨਾ ਤੇ ਉਸ ਵੇਲੇ ਲੋਕਾਂ ਦਾ ਵੱਡਾ ਹਿੱਸਾ ਜਿਹੜਾ ਹੈ ਉਹਦੀ ਖਿਲਾਫਤ ਕਰਨ ਦੇ ਲਈ ਅੱਗੇ ਆਇਆ ਸੀ, ਕਿਉਂਕਿ ਉਹ ਬਹੁਤ ਇਮਾਨਦਾਰ ਤੇ ਬਹੁਤ ਚੰਗੇ ਪੁਲਿਸ ਅਫਸਰ ਨੇ, ਇਸ ਲਈ ਬਹੁਤ ਸਾਰੇ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ। ਤੇ ਇਸ ਵੇਲੇ ਜੋ ਕੁਝ ਹੋ ਰਿਹਾ ਹੈ ਆਪਾਂ ਜਾਣਦੇ ਹੀ ਆ ਕਿ ਕਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਕੋਲ ਆਪਣਾ ਅਸਤੀਫਾ ਲੈ ਕੇ ਉਹ ਪਹੁੰਚੇ, ਪਰ ਕੈਪਟਨ ਸਾਹਿਬ ਨੇ ਉਹ ਅਸਤੀਫਾ ਮਨਜ਼ੂਰ ਨਹੀਂ ਕੀਤਾ। ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੂੰ ਇਸ ਗੱਲ ਦੀ ਨਾਰਾਜ਼ਗੀ ਆ ਵੀ ਜਿਹੜੇ ਸਰਕਾਰੀ ਤੌਰ ਦੇ ਉੱਤੇ ਪੱਖ ਰੱਖਣ ਵਾਲੇ ਵਕੀਲ ਆ ਉਹਨਾਂ ਦੇ ਵੱਲੋਂ ਪੈਰਵੀ ਕੇਸ ਦੀ ਸਹੀ ਤਰੀਕੇ ਨਾਲ ਨਹੀਂ ਕੀਤੀ ਗਈ। ਇਹ ਭਰੋਸੇਯੋਗ ਸੂਤਰ ਦੱਸਦੇ ਆ। ਕਈ ਲੋਕ ਇਹ ਗੱਲ ਕਹਿੰਦੇ ਕਿ ਐਡਵੋਕੇਟ ਜਨਰਲ ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਕਿਸੇ ਦਾ ਕੁਝ ਕਹਿਣਾ, ਕਿਸੇ ਦਾ ਕੁਝ ਕਹਿਣਾ, ਸਭ ਦੇ ਆਪੋ ਆਪਣੇ ਵਿਚਾਰ ਆ। ਪਰ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ ਮਿਹਨਤ ਦੇ ਨਾਲ ਰਿਪੋਰਟ ਤਿਆਰ ਕੀਤੀ ਤੇ ਉਹਨਾਂ ਨੂੰ ਇਸ ਗੱਲ ਦਾ ਮਲਾਲ ਜ਼ਰੂਰ ਆ ਕਿ ਉਸ ਤਰੀਕੇ ਦੇ ਨਾਲ ਅੰਦਰ ਪੇਸ਼ਕਾਰੀ ਨਹੀਂ ਕੀਤੀ ਗਈ, ਜਿਹਦੇ ਕਰਕੇ ਹਾਈ ਕੋਰਟ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਕਿ ਇਸ SIT ਨੂੰ ਰੱਦ ਕਰਦੇ ਆ, ਨਵੀਂ ਬਣਾਈ ਜਾਵੇ, ਉਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਦਾ ਬਿਲਕੁਲ ਦਖਲ ਨਾ ਹੋਵੇ, ਉਹਦਾ ਕੋਈ ਸਬੰਧ ਨਹੀਂ ਹੋਣਾ ਚਾਹੀਦਾ। ਹਾਲਾਂਕਿ ਕੈਪਟਨ ਸਾਹਿਬ ਇਹ ਗੱਲ ਕਹਿੰਦੇ ਆ ਕਿ ਭਾਈ ਅਸੀਂ ਇਸ SIT ਨੂੰ ਰੱਦ ਨਹੀਂ ਕਰਾਂਗੇ, ਅਸੀਂ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦੇਵਾਂਗੇ। ਪਰ ਮੁੱਦਾ ਤਾਂ ਬਣ ਗਿਆ ਨਾ, ਬੰਦੇ ਦੇ ਸਨਮਾਨ ਦੀ ਗੱਲ ਤਾਂ ਹੈਗੀ ਆ। ਸੋ ਇਸ ਕਰਕੇ ਬਹੁਤ ਵੱਡੀ ਗੱਲ ਬਣ ਗਈ ਹੈ ਤੇ ਕੱਲ ਉਹਨਾਂ ਨੇ ਅਸਤੀਫਾ ਦਿੱਤਾ ਤੇ ਕੈਪਟਨ ਸਾਹਿਬ ਨੇ ਕਾਟਾ ਫੇਰਤਾ। ਉਹਨਾਂ ਨੇ ਇਹ ਵੀ ਗੱਲ ਕਹੀ ਆਪਣੇ ਅਸਤੀਫੇ ਦੇ ਵਿੱਚ ਕਿ ਮੈਂ ਆਪਣੇ ਹਿੱਸੇ ਆਈਆਂ ਜ਼ਿੰਮੇਵਾਰੀਆਂ ਅੱਜ ਤੱਕ ਤਨਦੇਹੀ ਨਾਲ ਨਿਭਾਈਆਂ, ਭਾਵੇਂ ਅੰਮ੍ਰਿਤਸਰ ਦੇ ਵਿੱਚ ਕਿਡਨੀ ਦਾ ਘਪਲਾ ਹੋਵੇ, ਕਿਡਨੀ ਘੁਟਾਲਾ ਹੋਵੇ, ਮੈਂ ਉਸ ਮਾਮਲੇ ਦੇ ਵਿੱਚ ਵੀ ਬਣਦੀ ਸਰਦੀ ਕਾਰਵਾਈ ਕਰਕੇ ਦੋਸ਼ੀਆਂ ਨੂੰ ਸਿੱਖਾਂ ਪਿੱਛੇ ਪਹੁੰਚਾਇਆ। ਬਾਕੀ ਵੀ ਜਿਹੜੀਆਂ ਵੀ ਮੈਨੂੰ ਹੁਣ ਤੱਕ ਜ਼ਿੰਮੇਵਾਰੀਆਂ ਮਿਲੀਆਂ ਤਨਦੇਹੀ ਨਾਲ ਨਿਭਾਈਆਂ। ਪਰ ਤੁਸੀਂ ਮੈਨੂੰ ਵੇਲੇ ਤੋਂ ਪਹਿਲਾਂ ਸੇਵਾ ਮੁਕਤੀ ਦੀ ਆਗਿਆ ਦਿਓ ਤੇ ਆ ਮੇਰਾ ਅਸਤੀਫਾ ਨਾ ਕਰਤੀ। ਹੁਣ ਇਸ ਮਾਮਲੇ ਦੇ ਉੱਤੇ ਬਹੁਤ ਵੱਡੀਆਂ ਗੱਲਾਂ ਚੱਲ ਪਈਆਂ। ਕੁਝ ਕੁ ਲੋਕਾਂ ਦਾ ਕਹਿਣਾ ਵੀ ਕੁੰਵਰ ਵਿਜੇ ਪ੍ਰਤਾਪ ਨੇ ਅੰਮ੍ਰਿਤਸਰ ਦੇ ਕਿਸੇ ਖੇਤਰ ਤੋਂ ਚੋਣ ਲੜਨੀ ਹੈ। ਅੱਛਾ ਜੀ, ਹੋ ਸਕਦਾ ਉਹ ਕਾਂਗਰਸ ਦੇ ਉਮੀਦਵਾਰ ਹੋਣ, ਇਹਦੇ ਵਿੱਚ ਵੀ ਕੋਈ ਨਵੀਂ ਗੱਲ ਨਹੀਂ ਹੋ ਸਕਦੀ ਜੇਕਰ ਉਹ ਲੜਨ ਤਾਂ। ਪਰ ਮੈਨੂੰ ਇਹ ਲੱਗਦਾ ਵੀ ਜਿਵੇਂ ਉਹਨਾਂ ਦੇ ਕਿਰਦਾਰ ਦੀ ਪਛਾਣ ਆ, ਜੇ ਉਹ ਰਾਜਨੀਤੀ ਦੇ ਵਿੱਚ ਲਿਬੜ ਗਏ, ਇਹ ਹੈ ਤਾਂ ਰਾਜਨੀਤੀ ਦੇ ਵਿੱਚ ਲਿਬੜਨਾ ਹੀ, ਭਾਵੇਂ ਕਿਸੇ ਵੀ ਪਾਸੇ ਚਲੇ ਜਾਓ, ਤੇ ਫਿਰ ਉਹਨਾਂ ਦਾ ਅਕਸ ਜਿਹੜਾ ਉਹ ਅੱਜ ਵਾਲਾ ਨਹੀਂ ਰਹਿਣਾ। ਇਹ ਮੇਰੇ ਆਪਣੇ ਨਿੱਜੀ ਵਿਚਾਰ। ਬਹੁਤ ਸਾਰੇ ਲੋਕ ਟਾਣਾ ਸਾਹਿਬ ਇਹ ਵਿਚਾਰ ਰੱਖਦੇ ਨੇ ਕਿ ਰਾਜਨੀਤੀ ਦੀ ਗੰਦਗੀ ਨੂੰ ਵਿੱਚ ਉਤਰ ਕੇ ਸਾਫ਼ ਕਰਨਾ ਪੈਂਦਾ ਹੈ ਨਾ। ਜਿਹੜੇ ਕਰਪਟ ਲੋਕ ਨੇ, ਜਿਹੜੇ ਲੋਕ ਗਲਤ ਹਰਕਤਾਂ ਕਰਦੇ ਨੇ ਰਾਜਨੀਤੀ ਦੇ ਵਿੱਚ ਆ ਕੇ, ਉਹਨਾਂ ਸਾਰਿਆਂ ਨੂੰ ਜੇਕਰ ਫੜਨਾ ਹੈ, ਜੇਕਰ ਉਹਨਾਂ ਨੂੰ ਸਹੀ ਰਾਹ ਤੇ ਪਾਉਣਾ ਹੈ ਤਾਂ ਚੰਗੇ ਲੋਕਾਂ ਦਾ ਆਉਣਾ ਬਣਦਾ ਹੈ। ਦੇਖੋ ਬਣਦਾ ਵੀ ਹੈ, ਪਰ ਗੱਲ ਇਹ ਚੰਗਿਆਂ ਨੂੰ ਟਿਕਣ ਕੌਣ ਦਿੰਦਾ? ਚੰਗਿਆਂ ਦਾ ਟਿਕਣਾ ਵੀ ਉਨਾ ਹੀ ਔਖਾ ਹੈ ਜਿੰਨਾ ਔਖਾ ਉਹਨਾਂ ਦਾ ਆਉਣਾ ਹੈ। ਸੋ ਇਸ ਲਈ ਬਹੁਤ ਸਾਰੇ ਆਪਾਂ ਚਿਹਰੇ ਇਹੋ ਜਿਹੇ ਵੇਖੇ, ਬਹੁਤ ਸਾਰੇ ਲੋਕ ਇਹੋ ਜਿਹੇ ਵੇਖੇ ਜਿਹੜੇ ਜਦੋਂ ਤੱਕ ਰਾਜਨੀਤੀ ਤੋਂ ਪਰੇ ਸੀ ਉਦੋਂ ਤੱਕ ਬਹੁਤ ਮਾਨ ਸਨਮਾਨ ਸੀ ਉਹਨਾਂ ਦਾ ਲੋਕਾਂ ਦੇ ਅੰਦਰ। ਜਿਵੇਂ ਉਹ ਰਾਜਨੀਤੀ ਦੇ ਵਿੱਚ ਆਏ ਤਾਂ ਥੋੜਾ ਜਿਹਾ ਕਿਤੇ ਨਾ ਕਿਤੇ ਉਸ ਮਾਨ ਸਨਮਾਨ ਦੇ ਵਿੱਚ ਕਮੀ ਆਈ ਹੈ। ਬਿਲਕੁਲ ਸਹੀ ਹੈ ਨਾ। ਸੋ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੂੰ ਲੋਕ ਬਹੁਤ ਪਿਆਰ ਕਰਦੇ ਨੇ, ਫਿਰ ਉਹਨਾਂ ਨੂੰ ਕੁਫਰ ਤੋਲਣੇ ਪੈਣੇ ਆ, ਗਲਤ ਨੂੰ ਸਹੀ ਕਹਿਣਾ ਪੈਣਾ। ਲੋਕਾਂ ਨੇ ਕਹਿਣਾ ਕੁਛ ਨਹੀਂ ਕੀਤਾ ਤੁਹਾਡੀ ਪਾਰਟੀ ਨੇ, ਤੁਸੀਂ ਕਹੋਗੇ ਨਾ 85% ਵਾਅਦੇ ਪੂਰੇ ਕੀਤੇ ਆ, ਫਿਰ ਆ ਗੱਲਾਂ ਕਹਿਣੀਆਂ ਪੈਂਦੀਆਂ। ਇਸ ਕਰਕੇ ਵਕਤ ਦੱਸੂਗਾ ਵੀ ਬਣਦਾ ਕੀ ਆ, ਕਿਹੜੇ ਪਾਸਿਓਂ ਕੀ ਬਣਦਾ। ਪਰ ਲੋਕਾਂ ਦੀ ਦਿਲੀ ਇੱਛਾ ਇਹ ਆ ਵੀ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀਗੇ ਉਹ ਵੀ ਪੂਰੇ ਕੀਤੇ ਜਾਣ। ਤੇ ਸਭ ਤੋਂ ਵੱਡਾ ਵਾਅਦਾ ਇਹ ਸੀਗਾ ਵੀ ਸਾਡੀ ਸਰਕਾਰ ਜੇਕਰ ਸੱਤਾ ਦੇ ਵਿੱਚ ਆ ਗਈ ਤਾਂ ਫਿਰ ਅਸੀਂ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਿੱਖਾਂ ਦੇ ਪਿੱਛੇ ਪਹੁੰਚਾਵਾਂਗੇ, ਲੋਕਾਂ ਨੂੰ ਅਸੀਂ ਅਸਲ ਇਨਸਾਫ ਦੇਵਾਂਗੇ। ਤੇ 4.25 ਸਾਲ ਹੋਣ ਵਾਲੇ ਆ ਵਰਤਮਾਨ ਸਰਕਾਰ ਨੂੰ, ਤੇ 15 ਦੇ ਵਿੱਚ ਸਾਰਾ ਕੁਝ ਹੋਇਆ ਸੀ ਤੇ ਹੁਣ ਤੱਕ 6 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਤੇ ਨਤੀਜਾ ਕੀ ਨਿਕਲਿਆ? ਹਾਲੇ ਤੱਕ 0 ਆ। ਤੇ ਲੋਕ ਇਹ ਗੱਲ ਸੋਚਦੇ ਵੀ ਜੇਕਰ 2-4 ਸਾਲ ਹੋਰ ਲੱਗੇ ਤਾਂ ਫਿਰ ਇਨਸਾਫ ਮਿਲਿਆ ਨਾ ਮਿਲਿਆ ਇੱਕ ਬਰਾਬਰ ਆ। ਜਦੋਂ ਇਹ ਸਰਕਾਰ ਬਣੀ ਸੀ ਉਦੋਂ ਵੀ ਮੈਂ ਗੱਲ ਕਹੀ ਸੀ ਕਿ ਮੈਨੂੰ ਨਿੱਜੀ ਤੌਰ ਤੇ ਜਾਪਦਾ ਵੀ ਇਹ ਮਾਮਲਾ ਹੌਲੀ ਹੌਲੀ ਘੜੀਸਦੇ ਚੋਣਾਂ ਤੱਕ ਲੈ ਜਾਣਗੇ। ਉਹੀ ਹੋਇਆ। ਕੱਲ ਨਵਜੋਤ ਸਿੰਘ ਸਿੱਧੂ ਵੀ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਚਲਾ ਗਿਆ, ਉਹ ਵੀ ਕਹਿੰਦਾ ਜੀ ਕਿ ਦੇਖੋ ਇਨਸਾਫ ਮਿਲਣਾ ਚਾਹੀਦਾ, ਇਨਸਾਫ ਨਾ ਮਿਲਿਆ ਫਾਇਦਾ ਕੀ? ਜਨਤਕ ਹੋਣੀ ਚਾਹੀਦੀ ਰਿਪੋਰਟ। ਸੋ ਜਨਤਕ ਰਿਪੋਰਟ ਹੋਣੀ ਚਾਹੀਦੀ ਹੈ। ਪਰ ਜਿਵੇਂ ਹੁਣ ਅਚਾਨਕ ਸਾਰਿਆਂ ਨੇ ਸਰਗਰਮੀਆਂ ਫੜੀਆਂ, ਲੱਗਦਾ ਇਹ ਵੀ ਇਸੇ ਮੁੱਦੇ ਦੇ ਨਾਂ ਦੇ ਉੱਤੇ ਚੋਣ ਲੜਨਗੇ। ਬਿਲਕੁਲ ਸਹੀ ਹੈ। ਜੱਜ ਦਾ ਵਿਚਾਰ। ਹਰਮਨਜੀਤ ਤੀਰਥ ਸਿੰਘ ਰਾਵਤ ਜਿਹੜੇ ਉੱਤਰਾਖੰਡ ਦੇ ਮੁੱਖ ਮੰਤਰੀ ਤੇ ਕਦੇ-ਕਦੇ ਚੰਗਾ ਬੋਲਦੇ ਆ, ਅਕਸਰ ਉਹ ਇਹੋ ਜੀ ਗੱਲ ਕਰਦੇ ਹੁੰਦੇ ਵੀ ਜਿਹਦੇ ਕਰਕੇ ਇਉਂ ਲੱਗਦਾ ਵੀ ਇਹ ਵੀ ਵਿਪਲਬ ਦੇਵ ਦੇ ਭਰਾ ਹੀ ਆ। ਬਿਲਕੁਲ ਸਹੀ। ਉਹ ਵੀ ਕਦੇ ਨਾ ਕਦੇ ਚੱਜ ਨਾਲ ਬੋਲਦੇ ਆ ਤੇ ਇਹ ਵੀ ਕਦੇ ਨਾ ਕਦੇ। ਸੋ ਇਹਨਾਂ ਨੇ ਇੱਕ ਹੁਣ ਬਿਆਨ ਦਿੱਤਾ, ਕਹਿੰਦੇ ਜੀ गंगा मैया की कृपा से कुंभ में स्नान करने वाले लोगों को कुछ नहीं होगा, कोरोना तो कुछ भी नहीं करेगा। ਹੁਣ ਇਸ ਤੋਂ ਬਾਅਦ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਆਏ ਆ। ਇੱਕ ਪਾਸੇ ਰਾਵਤ ਸਾਹਿਬ ਆਹ ਗੱਲ ਕਹਿੰਦੇ, ਦੂਜੇ ਪਾਸੇ 2000 ਦੇ ਕਰੀਬ ਕੁੰਭ ਦੇ ਮੇਲੇ ਦੇ ਵਿੱਚ ਜਾਣ ਵਾਲੇ ਲੋਕ ਕਰੋਨਾ ਪੋਜ਼ਿਟਿਵ ਆ ਗਏ ਆ। ਅਸੀਂ ਚਾਹੁੰਦੇ ਹਾਂ ਉਹ ਸਾਰੇ ਦੇ ਸਾਰੇ ਤੰਦਰੁਸਤ ਹੋਣ, ਚੜ੍ਹਦੀ ਕਲਾ ਦੇ ਵਿੱਚ ਰਹਿਣ। ਪਰ ਮੇਰੇ ਮਨ ਦੇ ਵਿੱਚ ਸਵਾਲ ਇਹ ਜ਼ਰੂਰ ਆ ਰਿਹਾ ਵੀ ਜਦੋਂ ਪਿਛਲੇ ਸਾਲ ਮਰਕਜ਼ ਦੇ ਵਿੱਚ ਦਿੱਲੀ ਦੇ ਅੰਦਰ
2000 ਦੇ ਕਰੀਬ ਸ਼ਰਧਾਲੂ ਸੀਗੇ जिन्होंने बाबत बहुत बड़ा रौला पाया सीगा गोदी मीडिया के विच भी कि ये तबलीगी समाज के लोगों ने कोरोना को स्प्रेड कर दिया, इन्होंने तो फैला दिया, इन्होंने कोहराम मचा दिया, ये तो देश को बर्बाद करके छोड़ेंगे। असी मन्निया भी भाई उदों उन्होंने इकट्ठ नहीं सी करना चाहिए। असी ये भी मनते हैं कि अज जेकर गुरुद्वारियां दे विच इकट्ठ हो रहा कोरोना के चलदियां ये भी गलत आ। असी ये भी मनते हैं कि जेकर मस्जिद दे विच अज इकट्ठ हो रहा वो भी गलत आ। असी ये भी मनते हैं कि जेकर अज रैलियां दे विच इकट्ठ हो रहा वो भी गलत आ। पर जेकर कुंभ दे मेले दे विच ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਜਾਂਦੇ ਆ। ਅੱਜ ਦੇ ਵਿੱਚ ਪਤਾ ਲੱਗਾ ਵੀ ਸ਼ਾਹੀ ਸਨਾਨ ਆ ਜਿਹੜਾ ਉਹ 35 ਤੋਂ ਲੈ ਕੇ 40 ਲੱਖ ਲੋਕਾਂ ਨੇ ਕਰਨਾ। ਦੇਖੋ ਟਾਣਾ ਸਾਹਿਬ ਗੱਲ ਇਹ ਹੈ ਗੰਗਾ ਮਈਆ ਦੇ ਪ੍ਰਤੀ ਵੀ ਸਾਡੇ ਮਨ ਦੇ ਵਿੱਚ ਪੂਰਾ ਸਤਿਕਾਰ ਹੈ, ਕੁੰਭ ਦੇ ਮੇਲੇ ਦੇ ਪ੍ਰਤੀ ਵੀ ਕਿਸੇ ਦੀ ਸ਼ਰਧਾ ਦੇ ਉੱਪਰ ਕੋਈ ਵੀ ਸਵਾਲ ਨਹੀਂ ਹੈ। ਅਸੀਂ ਗੁਰਦੁਆਰਾ ਸਾਹਿਬ ਦੀ ਵੀ ਉਨੀ ਹੀ ਕਦਰ ਕਰਦੇ ਹਾਂ, ਉਨੀ ਹੀ ਇੱਜ਼ਤ ਕਰਦੇ ਹਾਂ ਜਿੰਨੀ ਅਸੀਂ ਮੰਦਿਰ ਮਸਜਿਦ ਦੀ ਕਰਦੇ ਹਾਂ, ਚਰਚ ਦੀ ਕਰਦੇ ਹਾਂ, ਹਰੇਕ ਧਾਰਮਿਕ ਸਥਾਨ ਦੀ ਕਰਦੇ ਹਾਂ। ਪਰ ਗੱਲ ਇਹ ਹੈ ਕਿ ਜੇਕਰ ਲੋਕ ਆਪਣੀ ਜਾਨ ਦੀ ਪਰਵਾਹ ਨਹੀਂ ਕਰਨਗੇ, ਜੇਕਰ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਇਕੱਠ ਹੋਊਗਾ, ਮੰਦਿਰ ਦੇ ਵਿੱਚ ਵੀ ਇਕੱਠ ਹੋਊਗਾ, ਜੇਕਰ ਹਰ ਧਾਰਮਿਕ ਥਾਂ ਦੇ ਉੱਪਰ ਇਸ ਤਰੀਕੇ ਨਾਲ ਇਕੱਠ ਹੋਊਗਾ ਤੇ ਫਿਰ ਅਸੀਂ ਕਰੋਨਾ ਤੋਂ ਜਿੱਤ ਕਿਵੇਂ ਹਾਸਲ ਕਰਾਂਗੇ? ਸਵਾਲਾਂ ਦਾ ਸਵਾਲ ਇਹ ਹੈ। ਧਰਮ ਦੇ ਪ੍ਰਤੀ ਇੱਜ਼ਤ ਹੈ, ਹਮੇਸ਼ਾ ਹੋਣੀ ਵੀ ਚਾਹੀਦੀ ਹੈ, ਹਰ ਇੱਕ ਦੇ ਮਨ ਦੇ ਵਿੱਚ ਹੋਣੀ ਚਾਹੀਦੀ ਹੈ। ਪਰ ਜੇਕਰ ਅਸੀਂ ਹਾਲੇ ਵੀ ਨਾ ਸੁਧਰੇ, ਜਾਨਾਂ ਤੋਂ ਹੀ ਹੱਥ ਧੋਂਦੇ ਰਹੇ ਤੇ ਫਿਰ ਧਰਮ ਵੀ ਕੀ ਕਰੂਗਾ? ਧਰਮ ਵੀ ਤਾਂ ਹੈ ਜੇ ਇਨਸਾਨ ਹੈ। ਅੱਜ ਦੀ ਖਬਰ ਹੈ ਕਿ 20 ਸਾਧੂਆਂ ਨੂੰ ਵੀ ਕਰੋਨਾ ਹੋ ਗਿਆ ਜਿਹੜੇ ਕਿ ਕੁੰਭ ਦੇ ਮੇਲੇ 'ਚ ਗਏ ਆ। ਸੋ ਮਤਲਬ ਇਹ ਹੈ ਵੀ ਕਰੋਨਾ ਨੇ ਇਹ ਥੋੜੀ ਦੇਖਣਾ ਵੀ ਇਹ ਸਾਧੂ ਅਤੇ ਸ਼ਰਧਾਲੂ ਆ, ਆ ਪ੍ਰਸ਼ਾਸਨਿਕ ਅਧਿਕਾਰੀ ਆ ਤੇ ਫਲਾਣਾ ਵਿਰੋਧੀ ਪਾਰਟੀ ਦਾ, ਉਹ ਤਾਂ ਹੋ ਹੀ ਜਾਣਾ ਜੇਕਰ ਅਸੀਂ ਮੰਨਦੇ ਵੀ ਇਕੱਠ ਦੇ ਨਾਲ ਹੁੰਦਾ। ਹੁਣ ਤਾਂ ਉੱਥੋਂ ਦਾ ਪ੍ਰਸ਼ਾਸਨ ਕਹਿੰਦਾ, ਉੱਤਰਾਖੰਡ ਦਾ, ਹਰਿਦੁਆਰ ਦਾ, ਉਹ ਕਹਿੰਦੇ ਜੀ ਕਿ ਸਾਡੇ ਹੱਥ ਵਸ ਨਹੀਂ, ਲੱਖਾਂ ਦੀ ਕਰੋੜਾਂ ਦੀ ਗਿਣਤੀ ਦੇ ਵਿੱਚ ਲੋਕ ਆ ਰਹੇ ਆ, 30 ਅਪ੍ਰੈਲ ਤੱਕ ਇਵੇਂ ਆਉਂਦੇ ਜਾਂਦੇ ਰਹਿਣੇ ਆ। ਸਾਡੇ ਹੱਥ ਖੜੇ ਆ, ਨਾ ਤਾਂ ਅਸੀਂ 2 ਗਜ ਦੀ ਦੂਰੀ ਦਾ ਪਾਲਣ ਕਰਵਾ ਸਕਦੇ ਆ, ਨਾ ਹੀ ਅਸੀਂ ਮਾਸਕ ਦੀ ਕੋਈ ਉਹ ਪਾਲਣ ਕਰਵਾ ਸਕਦੇ ਆ। ਸਾਡੇ ਹੱਥ ਵਸ ਹੁਣ ਕੁਝ ਵੀ ਨਹੀਂਗਾ। ਪਰ ਬੇਨਤੀ ਮੇਰੀ ਗੋਦੀ ਮੀਡੀਏ ਨੂੰ ਆ ਜਿਹੜੇ ਕਿ ਪਹਿਲਾਂ ਕਹਿੰਦੇ ਸੀ हजूर साहब में गई हुई संगत ने ऐसे कर दिया, ये तो संगत ऐसे गई है, ये तो संगत वैसे गई है, ये तो निजामुद्दीन मरकज वालों ने ऐसे कर दिया, फलाना कर दिया। तो हुण क्यों नहीं कहते? हुण इस गल नूं वडिया रहे आ क्योंकि उन्होंने गोदी दे विच बैठ के खबरां पढ़नियां। हुण वो गलत नूं गलत नहीं कहते, हुण गलत नूं भी सही कही जांदे आ। कोरोना के बावजूद आस्था ऐसे कर रही है, शरदा ने ऐसे आया है। एक सवालों का सवाल तो भी ना, देखो सारी ताणी उलझी हुई है। जदों तक जेड़े मुखी ने, जदों तक जेड़े उच्चियां कुर्सियां दे उपर बैठे हैं जिन्हां नूं वेख के लोकां ने अगे तुरना हुंदा है भी जिवें ओह करनगे असीं भी उवें ही करांगे, जद तक ओही नहीं सही करनगे ते बाकियां नूं तुसीं किवें कह लोगे? सब तो वड्डे कसूरवार तां भारत दे प्रधान मंत्री साहब आ जी। ओह करदे आ वीडियो कॉलिंग दे राहीं वख-वख सूबे दे मुख मंत्रियां नाल मुलाकात भी तुहाडे सूबे दे विच हालात की है, तुसीं इउं सख्ती वरतो, तुसीं इउं वरतो, तुहानूं वैक्सीन भेज रहे आ कर रहे आ। ते आप ओह लखां दी गिणती विच लोकां खड़े करके रैलियां करते हैं, उन्हां दे उत्ते क्यों नहीं कार्रवाई हुंदी? ਉਹ ਕਹਿੰਦੇ ਕੁਝ ਹੋਰ ਆ, ਕਰਦੇ ਕੁਝ ਹੋਰ ਆ। ਸੋ ਲੋਕਾਂ ਦੇ ਮਨਾਂ 'ਚੋਂ ਡਰ ਵੀ ਤਾਂ ਇਹਨਾਂ ਨੇ ਖਤਮ ਕੀਤਾ ਨਾ। ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਬੈਠ ਗਈ ਵੀ ਜੇਕਰ ਰੈਲੀਆਂ ਦੇ ਵਿੱਚ ਜਾਣ ਨਾਲ ਕੁਝ ਨਹੀਂ ਹੁੰਦਾ ਤਾਂ ਫਿਰ ਧਾਰਮਿਕ ਥਾਵਾਂ ਤੇ ਜਾਣ ਨਾਲ ਕੀ ਹੁੰਦਾ? ਜੀ ਬਿਲਕੁਲ, ਮੈਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਲੋਕ ਇਸੇ ਲਈ ਬਾਗੀ ਹੋ ਰਹੇ ਨੇ ਕਿਉਂਕਿ ਉਹ ਕਹਿੰਦੇ ਕਿ ਇਹ ਲੋਕ ਜੇ ਆਪਣੀਆਂ ਮਰਜ਼ੀਆਂ ਕਰ ਸਕਦੇ ਨੇ ਐਲਾਨ ਕਰਨ ਤੋਂ ਬਾਅਦ ਤੇ ਫਿਰ ਅਸੀਂ ਕਿਉਂ ਨਹੀਂ? ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਉਦਾਹਰਨ ਦਿੰਨਾ। ਮੋਹਾਲੀ ਦੇ ਵਿੱਚ ਮੇਅਰ ਦੀ ਚੋਣ ਹੋਈ ਆ, ਉੱਥੇ ਬਲਵੀਰ ਸਿੰਘ ਸਿੱਧੂ ਪੰਜਾਬ ਦੇ ਸਿਹਤ ਮੰਤਰੀ ਵੀ ਪਹੁੰਚੇ ਆ, ਕਈ ਹੋਰ ਮੰਤਰੀ ਸਾਹਿਬਾਨ ਤੇ ਵੱਡੇ ਨੇਤਾ ਪਹੁੰਚੇ। ਉਹਨਾਂ ਦੇ ਵਿੱਚੋਂ ਕਿਸੇ ਨੇ ਵੀ ਮਾਸਕ ਨਹੀਂ ਪਾਇਆ ਜਿਹੜੀ ਫੋਟੋ ਲੱਗੀ ਆ। ਇੱਥੇ ਸਿਹਤ ਮੰਤਰੀ ਹੋਰੀ ਕਹਿੰਦੇ ਆ ਜੀ ਕਿ ਜੇਕਰ ਤੁਸੀਂ ਆਪਦੀ ਕਾਰ ਦੇ ਵਿੱਚ ਵੀ ਬੈਠੇ ਤਾਂ ਵੀ ਮਾਸਕ ਪਾ ਕੇ ਰੱਖੋ, ਪਰ ਆਪ ਉਹਨਾਂ ਨੇ ਮਾਸਕ ਨਹੀਂ ਪਾਇਆ। ਉਹਨਾਂ ਨੇ ਇਕੱਠ ਕਿਹੜੀ ਗੱਲੋਂ ਕੀਤਾ? ਉਹ ਕਿਹੜੀ ਗੱਲੋਂ ਗੋਡੇ ਨਾਲ ਗੋਡਾ ਤੇ ਮੋਢੇ ਨਾਲ ਮੋਢਾ ਖਿੰਦਾ ਰੱਖਦੇ ਆ? ਉਹਨਾਂ ਨੂੰ ਕਿਉਂ ਨਹੀਂ ਪਤਾ ਕਿ ਇਸ ਗੱਲ ਦਾ? ਤੇ ਜੇਕਰ ਸਾਡੇ ਸਿਹਤ ਮੰਤਰੀ ਦੇ ਵੱਲੋਂ ਆਪ ਨਹੀਂ ਪਾਲਣ ਕੀਤਾ ਜਾਂਦਾ ਤੇ ਆਮ ਲੋਕ ਕਿੱਥੇ ਮੰਨਣਗੇ? ਗੱਲ ਉਹੀ ਹੈ ਨਾ ਟਾਣਾ ਸਾਹਿਬ, ਜਿਸ ਦਿਨ ਪ੍ਰਧਾਨ ਮੰਤਰੀ ਸਾਹਿਬ ਵੈਕਸੀਨੇਸ਼ਨ ਲਵਾਉਂਦੇ ਨੇ, ਆਪਣੇ ਟੀਕਾ ਲਵਾਉਂਦੇ ਨੇ, ਉਸ ਦਿਨ ਉਹਨਾਂ ਨੇ ਮਾਸਕ ਨਹੀਂ ਪਾਇਆ। ਰਾਸ਼ਟਰਪਤੀ ਸਾਹਿਬ ਲਵਾਉਂਦੇ ਨੇ, ਉਹਨਾਂ ਨੇ ਮਾਸਕ ਨਹੀਂ ਪਾਇਆ। ਗੋਦੀ ਮੀਡੀਆ ਨੂੰ ਨਜ਼ਰ ਹੀ ਨਹੀਂ ਆਇਆ, ਉਹਨਾਂ ਨੇ ਬਿਲकुल भी उस गल का जिक्र नहीं किया। वो यही जिक्र करते रहे भी संगरूर दी कुड़ी ने दूजी डोज लगाई, टीका लगाया, संगरूर दी डॉक्टर ने लगाया, ये किया वो किया, वो सारियां गल्लां वल ध्यान गया पर उन्होंने मास्क नहीं पहनिया पहली बार टीका लवाउण ते उधर किसी का ध्यान नहीं गया। उस तो बाद पंजाब की गल कर लईए, पंजाब च मुख मंत्री साहब ने ऐलान किया कोई रैली नहीं करूँ। ब्रह्म महिंद्रा साहब 1000 लोगों के इकट्ठ दे विच जाके ते उत्थे नींह पत्थर रखते हैं एक बस अड्डे का, उत्थे किसी ने भी मास्क नहीं पाया ते उही पुलिस जिहड़ी चलान कट्टदी है ਉਹਦੇ ਐਸਐਸਪੀ ਸਾਹਿਬ ਉੱਥੇ ਬੈਠੇ ਨੇ ਤਾਂ ਕਿਸੇ ਨੂੰ ਵੀ ਕੁਝ ਨਹੀਂ ਕਹਿ ਰਹੇ। ਮੰਤਰੀ ਸਾਹਿਬ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ, ਕਹਿੰਦੇ ਵੀ ਤੁਸੀਂ ਤਾਂ ਆਪ ਨਿਯਮਾਂ ਦਾ ਪਾਲਣ ਨਹੀਂ ਕਰਨ ਦਿੰਦੇ ਲੋਕਾਂ ਨੂੰ,
ਤੇ ਉਦਾਂ ਕਹਿੰਦੇ ਵੀ ਸਖਤੀ ਬਹੁਤ ਆ। ਉਹ ਕਹਿੰਦੇ ਜੀ ਲੋਕ ਆਪਣੀ ਖੁਸ਼ੀ ਨਾਲ ਆਏ ਆ ਤੇ ਜੇਕਰ ਕੱਲ ਨੂੰ ਕੋਈ ਬੰਦਾ ਇਹ ਗੱਲ ਕਵੇ ਕਿ ਮੇਰਾ ਨਿਆਣਾ ਖੁਸ਼ੀ ਦੇ ਨਾਲ ਸਕੂਲ 'ਚ ਪੜ੍ਹਨ ਜਾਣਾ ਚਾਹੁੰਦਾ ਤੇ ਫਿਰ ਤੁਸੀਂ ਮੰਨੋਗੇ? ਜੇਕਰ ਕੱਲ ਨੂੰ ਕੋਈ ਆਪਦੀ ਕਾਰ ਦੇ ਵਿੱਚ ਬਿਨਾਂ ਮਾਸਕ ਤੋਂ ਜਾ ਰਿਹਾ ਹੋਵੇ, ਪੁਲਿਸ ਵਾਲੇ ਕੱਟਣ ਚਲਾਣ, ਉਹ ਕਹੇ ਮੇਰੀ ਖੁਸ਼ੀ ਹੈ ਜੀ ਮੈਂ ਤਾਂ ਨਹੀਂ ਇਹ ਮਾਸਕ ਲਿਆ, ਤੇ ਫਿਰ ਤੁਸੀਂ ਮੰਨੋਗੇ? ਮਤਲਬ ਇਹ ਆ ਵੀ ਪਹਿਲਾਂ ਆਪਾਂ ਨੂੰ ਖੁਦ ਉਹਨਾਂ ਨਿਯਮਾਂ ਦਾ ਪਾਲਣ ਕਰਨਾ ਪੈਣਾ, ਬਾਅਦ ਦੇ ਵਿੱਚ ਅਸੀਂ ਲੋਕਾਂ ਨੂੰ ਕਹੀਏ ਜੀ। ਤੇ ਲੋਕਾਂ ਨੂੰ ਵੀ ਥੋੜਾ ਜਿਹਾ ਸਮਝ ਤੋਂ ਕੰਮ ਲੈਣ ਦੀ ਲੋੜ ਹੈ ਕਿ ਅਸੀਂ ਐਵੇਂ ਇਕੱਠ ਕਰਕੇ, ਚਾਹੇ ਕੋਈ ਵਿਆਹ ਸ਼ਾਦੀ ਹੋਏ, ਚਾਹੇ ਕੋਈ ਹੋਰ ਮੌਕਾ ਹੋਏ, ਚਾਹੇ ਕਿਸੇ ਧਾਰਮਿਕ ਥਾਂ ਤੇ ਜਾਣਾ ਹੋਏ, ਥੋੜਾ ਜਿਹਾ ਸੋਚੀਏ ਵਿਚਾਰੀਏ। ਜ਼ਿੰਦਗੀ ਹੈ ਤਾਂ ਸਭ ਕੁਝ ਹੈ, ਜੇ ਜਾਨ ਹੈ ਤਾਂ ਜਹਾਨ ਹੈ। ਜੇ ਅਸੀਂ ਜਾਨ ਤੋਂ ਹੀ ਹੱਥ ਧੋ ਬੈਠੇ ਤਾਂ ਕੁਝ ਨਹੀਂ ਰਹਿ ਜਾਣਾ। ਬਿਲਕੁਲ ਸਹੀ। ਜੱਜ ਦਾ ਵਿਚਾਰ। ਰਾਕੇਸ਼ ਟਕੈਤ ਜਿਹੜੇ ਕਿਸਾਨ ਆਗੂ ਹਰਮਨ ਜੀ, ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਆਈ ਆ। ਅੱਛਾ ਜੀ। ਹੁਣ ਪਤਾ ਲੱਗਾ ਕੌਸ਼ਾਂਬੀ ਪੁਲਿਸ ਥਾਣੇ ਦੇ ਵਿੱਚ ਪਰਚਾ ਵੀ ਦਰਜ ਕਰਵਾਇਆ। ਕਹਿੰਦੀ ਆ ਵੀ ਜਿਹੜਾ ਉਹ ਬੰਦਾ WhatsApp ਦੇ ਉੱਤੇ ਲਗਾਤਾਰ ਸੁਨੇਹੇ ਭੇਜਦਾ, ਜਿਹੜਾ WhatsApp ਦੇ ਉੱਤੇ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ, ਉਹ ਆਗਰੇ ਵੱਲ ਦਾ, ਲੋਕੇਸ਼ਨ ਉਹਦੀ ਉੱਥੋਂ ਦੀ ਟਰੇਸ ਹੋਈ ਆ। ਮੈਂ ਹੈਰਾਨ ਆ ਇਸ ਗੱਲ ਦੇ ਉੱਤੇ ਵੀ ਲੋਕ ਕਿਹੜੇ ਕੰਮਾਂ ਦੇ ਵਿੱਚ ਪਏ ਆ। ਤੁਸੀਂ ਯੋਗਦਾਨ ਨਹੀਂ ਪਾ ਸਕਦੇ, ਤੁਹਾਨੂੰ ਕੋਈ ਬੰਦਾ ਨਿੱਜੀ ਤੌਰ ਦੇ ਉੱਤੇ ਨਹੀਂ ਪਸੰਦ, ਤੁਸੀਂ ਕਿਸੇ ਨੂੰ ਨਫ਼ਰਤ ਕਰਦੇ ਹੋ, ਤਾਂ ਵੀ ਤੁਸੀਂ ਇਹੋ ਜਿਹੀਆਂ ਗੱਲਾਂ ਕਿਉਂ ਕਰਦੇ ਵੀ ਆਪਾਂ ਤੈਨੂੰ ਐਂ ਕਰ ਦਿਆਂਗੇ, ਤੈਨੂੰ ਐਂ ਕਰ ਦਿਆਂਗੇ, ਤੈਨੂੰ ਉਹ ਕਰ ਦਿਆਂਗੇ। ਇਹ ਤਾਂ ਹਾਲੇ ਚਲੋ ਯੂਪੀ ਦੀ ਗੱਲ ਆ, ਯੂਪੀ ਦੇ ਥਾਣਿਆਂ ਦੇ ਵਿੱਚ ਪਰਚੇ ਦਰਜ ਹੁੰਦੇ ਆ। ਜੇ ਕਿਤੇ ਸਾਡੇ ਪੰਜਾਬ ਦੇ ਕਿਸੇ ਕਿਸਾਨ ਨੇਤਾ ਨੂੰ ਆਇਆ ਹੋਵੇ ਇਦਾਂ ਧਮਕੀ ਵਾਲਾ ਸੁਨੇਹਾ, ਤੇ ਪੰਜਾਬ ਦੇ ਲੋਕਾਂ ਨੇ ਵੈਸੇ ਨਹੀਂ ਮੰਨਣਾ, ਉਹ ਡਰਾਮੇ ਕਰਦਾ, ਇਹ ਤਾਂ ਭੱਜਣਾ ਚਾਹੁੰਦਾ ਉੱਥੋਂ, ਇਹ ਆਪ ਹੀ ਫੋਨ ਕਰਾਇਆ, ਇਹਨੇ ਸਿਰਫ ਸਿਕਿਉਰਿਟੀ ਲੈਣੀ ਆ, ਅਸੀਂ ਯਕੀਨ ਨਹੀਂ ਕਰਨਾਗਾ। ਉਧਰਲੇ ਲੋਕ ਯਕੀਨ ਕਰ ਲੈਂਦੇ ਤੇ ਖਬਰਾਂ ਇਹ ਆਈਆਂ ਵੀ ਭਾਈ ਏਦਾਂ ਧਮਕੀਆਂ ਵੀ ਮਿਲ ਰਹੀਆਂ। ਦੇਖੋ ਗੱਲ ਇਹ ਹੈ ਕਿ ਤੁਸੀਂ ਕਿਸੇ ਦੇ ਨਾਲ ਵਿਚਾਰਧਾਰਕ ਤੌਰ ਦੇ ਉੱਪਰ ਤੁਸੀਂ ਮਤਭੇਦ ਰੱਖ ਸਕਦੇ ਹੋ, ਕਿਸੇ ਦੀਆਂ ਗੱਲਾਂ ਤੁਹਾਨੂੰ ਨਹੀਂ ਚੰਗੀਆਂ ਲੱਗ ਸਕਦੀਆਂ, ਪਰ ਉਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਅਗਲੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਜਾਓ। ਤੁਸੀਂ ਅਗਲੇ ਬੰਦੇ ਦੇ ਨਾਲ ਕੋਈ ਹੈ ਨਾ ਇੱਕ ਚੰਗੀ ਡਿਬੇਟ ਕਰ ਸਕਦੇ ਹੋ, ਉਹਦੇ ਨਾਲ ਇੱਕ ਚੰਗੀ ਬਹਿਸ ਕਰ ਸਕਦੇ ਹੋ ਕਿ ਆਹ ਚੀਜ਼ ਇਦਾਂ ਹੈ, ਮੈਨੂੰ ਇਉਂ ਲੱਗਦੀ ਹੈ, ਤੈਨੂੰ ਇਉਂ ਕਿਉਂ ਲੱਗਦੀ ਹੈ, ਉਹ ਤਾਂ ਹੱਲ ਹੈ। ਪਰ ਕਿਸੇ ਨੂੰ ਮਾਰਨ ਦੀ ਧਮਕੀ ਦੇਣਾ, ਚਾਹੇ ਉਹ ਕਿਸੇ ਰਾਜਨੀਤੀਵਾਨ ਦੇ ਨਾਲ ਹੋਵੇ ਤਾਂ ਵੀ ਮਾੜੀ ਗੱਲ ਹੈ, ਜੇ ਆਮ ਬੰਦੇ ਨਾਲ ਹੋਵੇ ਤਾਂ ਵੀ ਮਾੜੀ ਗੱਲ ਹੈ। ਇਹ ਪਤਾ ਨਹੀਂ ਕਿਉਂ ਅਸੀਂ ਨਾ ਇੱਕ ਹੈਲਦੀ ਡਿਸਕਸ਼ਨ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ, ਅਸੀਂ ਪ੍ਰਮਾਣ ਪੱਤਰ ਦੇਣ ਦੇ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੇ ਹਾਂ ਵੀ ਮੇਰੇ ਵੱਲੋਂ ਆਹ ਬੰਦਾ ਤਾਂ ਇਦਾਂ ਦਾ ਹੈ, ਆਹ ਕੁੜੀ ਤਾਂ ਇਦਾਂ ਦੀ ਹੈ, ਆਹ ਘਰ ਵਾਲਾ ਤਾਂ ਇਦਾਂ ਦਾ ਹੈ। ਸੋ ਅਸੀਂ ਉਹਨਾਂ ਗੱਲਾਂ ਦੇ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੇ ਹਾਂ ਰਾਦਰ ਦੈਨ ਇਹਦੇ ਨਾਲੋਂ ਕਿ ਅਸੀਂ ਅਗਲੇ ਬੰਦੇ ਦੇ ਨਾਲ ਵਿਚਾਰ ਸਾਂਝੇ ਕਰਕੇ ਤੇ ਫਿਰ ਕਿਸੇ ਗੱਲ ਦੇ ਸਿੱਟੇ ਦੇ ਉੱਪਰ ਨਿਕਲੀਏ। ਬਿਲਕੁਲ ਸਹੀ। ਸੋਚ ਬਦਲੋ, ਸੰਸਾਰ ਬਦਲੂ। ਬਿਲਕੁਲ ਸਹੀ ਗੱਲ ਹੈ। ਸੋ ਜਿੰਨੇ ਵੀ ਧਮਕੀ ਦਿੱਤੀ ਹੈ ਮਾੜੀ ਗੱਲ ਹੈ, ਧਮਕੀ ਨਹੀਂ ਦੇਣੀ ਚਾਹੀਦੀ। ਤੇ ਆਪਾਂ ਪੰਜਾਬੀ ਵੀ ਆਪਣਾ ਥੋੜਾ ਜਿਹਾ ਸਿਰ ਤੋਂ ਕੰਮ ਲੈਣਾ ਸ਼ੁਰੂ ਕਰੀਏ, ਕਿਸੇ ਨੂੰ ਵੀ ਐਵੇਂ ਹੀ ਨਾ ਭੰਡਣਾ ਸ਼ੁਰੂ ਕਰ ਦਿਆ ਕਰੀਏ ਤੇ ਐਵੇਂ ਹੀ ਨਾ ਆਪਣੀ ਮੱਤ ਦਾ ਵੀ ਜਲੂਸ ਕਢਾਇਆ ਕਰੀਏ। ਅਸੀਂ ਕਿਸੇ ਦੇ ਨਾਲ ਸਹਿਮਤ ਅਸਹਿਮਤ ਹੋ ਸਕਦੇ ਹਾਂ, ਪਰ ਉਹਨੂੰ ਪ੍ਰਮਾਣ ਪੱਤਰ ਦੇਣ ਦਾ ਸਾਡਾ ਕੋਈ ਹੱਕ ਨਹੀਂ। ਸਿਰੜ ਬਰਕਰਾਰ ਰੱਖੋ ਤੇ ਸਿਰੜੀ ਲੋਕਾਂ ਨੂੰ ਸਲਾਮ ਕਰੋ। ਜੇ ਆਪਾਂ ਨਹੀਂ ਜਾ ਸਕਦੇ ਇਸ 40 ਡਿਗਰੀ ਤਾਪਮਾਨ ਦੇ ਵਿੱਚ ਟਰਾਲੀ 'ਚ ਬਹਿ ਨਹੀਂ ਸਕਦੇ, ਤਾਂ ਜਿਹੜੇ ਬੈਠੇ ਆ ਉਹਨਾਂ ਦੇ ਉੱਤੇ ਯਕੀਨ ਕਰੋ, ਤੇ ਜੇਕਰ ਯਕੀਨ ਨਹੀਂ ਤਾਂ ਫਿਰ ਉੱਥੇ ਆਪ ਜਾ ਕੇ ਬਹਿ ਜਾਓ। ਜੇ ਤੁਹਾਨੂੰ ਇਹ ਲੱਗਦਾ ਵੀ ਭਾਈ ਕਿਸਾਨ ਨੇਤਾ ਸਾਰੇ ਮਾੜੇ ਹਨ, ਚਲੋ ਆਪਾਂ ਵੀ ਮੰਨ ਕੇ ਮਾੜੇ ਹਨ, ਤੁਸੀਂ ਮੂਹਰੇ ਲੱਗ ਜਾਓ, ਅਸੀਂ ਤੁਹਾਨੂੰ ਨੇਤਾ ਮੰਨ ਲਈਏ। ਆਪ ਆਪਾਂ ਕੁਝ ਕਰਦੇ ਨਹੀਂ ਤੇ ਕੱਲੀ ਨਗੋਚ ਕੱਢਦੇ, ਗੱਲ ਇਹ ਗਲਤ ਆ। ਕਿਉਂਕਿ ਇਸ ਵੇਲੇ ਬਹੁਤ ਜ਼ਿਆਦਾ ਜਿਹੜਾ ਮਾਹੌਲ ਹੈ ਉਹ ਜ਼ਿੰਮੇਵਾਰੀ ਵਾਲਾ ਬਣਿਆ ਹੋਇਆ ਹੈ। ਜੇਕਰ ਕਿਸਾਨ ਨੇਤਾ ਕਿਸੇ ਬਾਰੇ ਕੁਝ ਮਾੜਾ ਚੰਗਾ ਬੋਲਦੇ ਨੇ ਉਹ ਵੀ ਗਲਤ ਗੱਲ ਹੈ, ਤੇ ਜੇਕਰ ਕੋਈ ਆਮ ਬੰਦਾ ਕਿਸਾਨ ਨੇਤਾਵਾਂ ਬਾਰੇ ਮਾੜਾ ਬੋਲਦਾ ਉਹ ਵੀ ਗਲਤ ਗੱਲ ਹੈ। ਇਸ ਵੇਲੇ ਤਾਂ ਇੱਕੇ ਦੀ ਲੋੜ ਆ ਸਭ ਤੋਂ ਵੱਧ, ਤੇ ਆਪਾਂ ਇਕੱਠੇ ਹੋਈਏ, ਇਕੱਠੇ ਰਲ ਕੇ ਹੀ ਆਪਾਂ ਇਸ ਲੜਾਈ ਨੂੰ ਜਿੱਤ ਸਕਾਂਗੇ। ਸੋ ਬਾਕੀ ਇਹਨਾਂ ਗੱਲਾਂ ਦੇ ਨਾਲ ਹੀ ਹੁਣ ਪ੍ਰੋਗਰਾਮ ਨੂੰ ਸਮੇਟਦੇ ਆਂ ਜੀ, ਜਾਣਦਾ ਹੋ ਗਿਆ ਵੇਲਾ। ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤਾਈਂ ਪਹੁੰਚਾਇਓ। ਦੋਵਾਂ ਦੇ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ।